ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਬਾਬਾ ਨੰਦ ਸਿੰਘ ਹੁਣਾਂ ਦੇ ਚੱਲ ਰਹੇ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਦੇ ਉੱਤੇ ਉਹਨਾਂ ਦੇ ਅਗਲੇ ਜੋ ਰੂਹਾਨੀਅਤ ਜੀਵਨ ਦੇ ਪ੍ਰਸੰਗ ਹੈ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਸਮਾਂ ਜਿਹੜਾ ਸੀਗਾ ਉਹ ਬੀਤਦਾ ਗਿਆ ਅਤੇ ਮਹਾਂਪੁਰਖਾਂ ਦੇ ਜਿੱਥੇ ਵੀ ਬਾਬਾ ਨੰਦ ਸਿੰਘ ਹੁਣੀ ਅਸਥਾਨ 'ਤੇ ਰਹਿੰਦੇ ਸੀ ਉੱਥੇ ਰੌਣਕਾਂ ਵੱਧਦੀਆਂ ਗਈਆਂ ਅਤੇ ਜਿਉਂ-ਜਿਉਂ ਰੌਣਕਾਂ ਵੱਧਦੀਆਂ ਗਈਆਂ, ਇਸ ਰੌਣਕਾਂ ਦੇ ਵਿੱਚ ਮਹਾਂਪੁਰਖ ਜਿਹੜੇ ਸੀਗੇ ਜਦ ਰਾਤ ਨੂੰ ਜਾਂ ਸਵੇਰ ਸ਼ਾਮ ਦੀਵਾਨ ਲਾਉਂਦੇ ਹੁੰਦੇ ਸੀ, ਆਲੇ ਦੁਆਲੇ ਪਿੰਡਾਂ ਦੀ ਸੰਗਤ ਦਾ ਬੜਾ ਭਾਰੀ ਇਕੱਠ ਹੁੰਦਾ ਸੀਗਾ। ਅਤੇ ਇਸ ਇਕੱਠ ਦੇ ਵਿੱਚ ਫਿਰ ਮੇਵਾ ਸਿੰਘ, ਗੁਰਦਿਆਲ ਸਿੰਘ ਅਤੇ ਤਾਰਾ ਸਿੰਘ ਇਹ ਵੀ ਸਵੇਰ ਅਤੇ ਸ਼ਾਮ ਕੀਰਤਨ ਕਰਦੇ ਹੁੰਦੇ ਸੀ। ਅਤੇ ਇੱਕ ਭਾਈ ਹਰਨਾਮ ਸਿੰਘ ਜਿਹਨਾਂ ਨੂੰ ਅਸੀਂ ਕਿੱਲੀ ਵਾਲੀ ਕਹਿੰਦੇ ਹਾਂ, ਇਹ ਵੀ ਹਜ਼ੂਰ ਦੇ ਪਾਸ ਸਤਾਰ ਦੇ ਨਾਲ ਕੀਰਤਨ ਕਰਦੇ ਹੁੰਦੇ ਸੀ। ਅਤੇ ਕਿਤੇ ਕਿਤੇ ਬਾਬਾ ਨੰਦ ਸਿੰਘ ਹੁਣੀ ਵੀ ਜਿਹੜੇ ਸੀ ਜਦੋਂ ਆਪਣੀ ਮੌਜ ਦੇ ਵਿੱਚ ਆਉਂਦੇ ਸੀ, ਸੰਗਤਾਂ ਦੇ ਨਾਲ ਬਚਨ ਬਲਾ ਸਾਂਝੇ ਕਰਦੇ ਹੁੰਦੇ ਸੀ। ਜਦੋਂ ਸੰਗਤਾਂ ਬਾਬਾ ਨੰਦ ਸਿੰਘ ਹੁਣਾਂ ਦੇ ਬਚਨ ਸੁਣਦੀਆਂ ਸੀ, ਸਭ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਕਿ ਜਿਵੇਂ ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਮਿਲ ਗਏ ਆ। ਸੋ ਇਹ ਮਹਾਂਪੁਰਖਾਂ ਦੇ ਬਚਨ ਸੁਣਨ ਵਾਸਤੇ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸੀਗੀਆਂ ਇੱਥੇ ਇਕੱਠੀਆਂ ਹੁੰਦੀਆਂ ਸੀ। ਸੋ ਇਹ ਜਿਹੜਾ ਇਕੱਠ ਦੇ ਵਿੱਚ ਇੰਨਾ ਆਨੰਦ, ਇੰਨੀ ਮਸਤੀ ਹੁੰਦੀ ਸੀ ਕਿ ਮਹਾਂਪੁਰਖਾਂ ਦੇ ਦੀਵਾਨ ਦੇ ਵਿੱਚ ਕੋਈ ਵੀ ਸੰਗਤ ਦਾ ਕੋਈ ਵੀ ਜਿਹੜਾ ਜੀਵ ਹੈ ਜਾਂ ਪ੍ਰਾਣੀ ਆ, ਸਰੀਰ ਆ, ਉਹ ਉੱਚੀ ਸਾਹ ਨਹੀਂ ਸੀ ਲੈਂਦਾ। ਇੰਨੀ ਸੰਗਤ ਜਿਹੜੀ ਹੈ ਨਾ ਮਹਾਂਪੁਰਖਾਂ ਦਾ ਭੈ ਮੰਨਦੀ ਸੀ ਬਾਬਾ ਨੰਦ ਸਿੰਘ ਹੁਣਾਂ ਦਾ। ਇੱਕ ਵਾਰ ਮਹਾਂਪੁਰਖਾਂ ਦੇ ਮਨ ਦੇ ਵਿੱਚ ਜੋ ਖਿਆਲ ਆਇਆ, ਉਹਨਾਂ ਨੇ ਆਪਣਾ ਇਹ ਖਿਆਲ ਸੰਗਤ 'ਚ ਪ੍ਰਗਟ ਕੀਤਾ ਕਿ ਮੇਰਾ ਚਿੱਤ ਕਰਦਾ ਕਿ ਬਹੁਤ ਟਾਈਮ ਹੋ ਗਿਆ ਕਿ ਜਿਹੜੇ ਪੁੱਚੋ ਵਾਲੇ ਸੰਤ ਮਹਾ ਹਰਨਾਮ ਸਿੰਘ ਹੁਣੀ ਆ, ਉਹਨਾਂ ਦੇ ਦਰਸ਼ਨ ਕਰੀਏ। ਜਦ ਬਾਬਾ ਜੀ ਨੇ ਗੱਲ ਕਹੀ, ਸੰਗਤ ਨੂੰ ਇਹ ਜਿਹੜੀ ਗੱਲ ਸੀ ਬੜੀ ਪ੍ਰਸੰਨ ਹੋਈ। ਤਾਂ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਜਦੋਂ ਤੁਸੀਂ ਜਾਣਾ ਹੋਇਆ ਹੈ ਨਾ ਉੱਥੇ ਪੁੱਚੋ ਸਾਹਿਬ, ਤਾਂ ਸਾਨੂੰ ਵੀ ਜ਼ਰੂਰ ਲੈ ਕੇ ਜਾਇਓ। ਸੋ ਦੇਖੋ, ਕੁਦਰਤ ਨੇ ਦੂਸਰੇ ਦਿਨ ਹੀ ਐਸਾ ਜਿਹੜਾ ਖੇਲ ਬਣਾਇਆ ਕਿ ਇੱਕ ਸਰਦਾਰ ਜਿਹੜੇ ਗੁਰਦਿੱਤ ਸਿੰਘ ਸੀ, ਇਹ ਨੱਥੋਵਾਲ ਦੇ ਸੀਗੇ। ਇਹ ਆਪਣੀ ਵੱਡੀ ਮੋਟਰ ਲੈ ਕੇ ਇੱਥੇ ਬਾਬਾ ਜੀ ਦੇ ਪਾਸ ਜਾਂ ਦਰਸ਼ਨਾਂ ਵਾਸਤੇ ਆਏ ਆ। ਇਹਨਾਂ ਨੇ ਆਉਂਦਿਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਕੁਝ ਸੇਵਾ ਬਖਸ਼ੋ। ਅਤੇ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ, ਸੰਗਤ ਦੇ ਨਾਲ ਵਿਚਾਰ ਕਰ ਲਓ। ਫਿਰ ਜਦੋਂ ਸਰਦਾਰ ਗੁਰਦਿੱਤ ਸਿੰਘ ਹੁਣਾਂ ਨੇ ਸੰਗਤ ਦੇ ਨਾਲ ਵਿਚਾਰ ਕੀਤੀ ਅਤੇ ਸੰਗਤ ਦੇ ਮਨ ਵਿੱਚ ਜੋ ਕੱਲ੍ਹ ਬਾਬਾ ਜੀ ਨੇ ਖਿਆਲ ਪ੍ਰਗਟ ਕੀਤਾ ਸੀਗਾ, ਸੰਗਤ ਨੇ ਉਹੀ ਦੁਹਰਾਇਆ ਕਿ ਮਹਾਂਪੁਰਖਾਂ ਦਾ ਚਿੱਤ ਕਰਦਾ ਸੀਗਾ ਕਿ ਪੁੱਛੋ ਜਾ ਕੇ ਵੱਡੇ ਮਹਾਂਪੁਰਖ ਸੰਤ ਮਹਾ ਹਰਨਾਮ ਸਿੰਘ ਉਹਨਾਂ ਦੇ ਦਰਸ਼ਨ ਕਰੀਏ। ਸੋ ਤੁਹਾਡੀ ਜਿਹੜੀ ਆ ਮੋਟਰ ਵਾ ਉਹ ਇਸ ਜਾਣੀ ਕਿ ਕਾਰਨ ਕਰਕੇ ਇੱਥੇ ਪਹੁੰਚ ਗਈ ਆ। ਸੋ ਕਿਉਂ ਨਾ ਆਪਾਂ ਬਾਬਾ ਜੀ ਨੂੰ ਇਸੇ ਮੋਟਰ 'ਚ ਬਿਠਾ ਕੇ ਦਰਸ਼ਨ ਕਰਾ ਲਈਏ, ਨਾਲੇ ਬਾਕੀ ਸਾਰੀ ਸੰਗਤ ਵੀ ਕਰ ਲਊਗੀ। ਸੋ ਜਦ ਇਹ ਵਿਚਾਰ ਹੋਈ ਆ ਅਤੇ ਫਿਰ ਇਹ ਜਿਹੜੀ ਵਿਚਾਰ ਸੀ ਸੰਗਤ ਨੇ ਬਾਬਾ ਜੀ ਦੇ ਨਾਲ ਸਾਂਝੀ ਕੀਤੀ ਅਤੇ ਬਾਬਾ ਜੀ ਕਹਿਣ ਲੱਗੇ ਜਿਵੇਂ ਆਪ ਦੀ ਇੱਛਾ। ਗੱਲ ਕੀ ਆ, ਸਾਰੀ ਸੰਗਤ ਜਿਹੜੀ ਸੀ ਉਹ ਤਿਆਰ ਹੋ ਗਈ ਅਤੇ ਬਾਬਾ ਜੀ ਨੂੰ ਫਿਰ ਉਸ ਮੋਟਰ ਦੇ ਵਿੱਚ ਬਿਠਾਤਾ। ਜਦ ਮੋਟਰ 'ਚ ਬਿਠਾਤਾ ਅਤੇ ਕਈ ਪਤਵੰਤੇ ਜਿਹੜੇ ਸੱਜਣ ਸੀਗੇ ਜੋ ਬਾਬਾ ਜੀ ਦੇ ਕਾਫੀ ਕਰੀਬ ਸੀ, ਉਹ ਵੀ ਨਾਲ ਤਿਆਰ ਹੋ ਗਏ। ਇਹਦੇ ਵਿੱਚੋਂ ਇੱਕ ਸਰਦਾਰ ਜੋਗਿੰਦਰ ਸਿੰਘ ਜਿਹੜੇ ਸੀਗੇ ਉਹ ਵੀ ਤਿਆਰ ਹੋਏ। ਸੋ ਜਦੋਂ ਇਹ ਜਿਹੜਾ ਸੀਗਾ ਕਾਫਲਾ ਸੰਗਤ ਦੇ ਰੂਪ ਦੇ ਵਿੱਚ ਜਦ ਤੁਰਿਆ ਹੈਗਾ, ਇਹ ਤੁਰਦੇ ਤੁਰਦੇ ਹੈ ਨਾ, ਇੱਕ ਜਿਹੜਾ ਰਸਤਾ ਸੀਗਾ ਭੁੱਚੋ ਸਾਹਿਬ ਜਾਂਦਾ, ਕੱਚਾ ਰਸਤਾ ਸੀਗਾ, ਉਹ ਰਸਤਾ ਜਿਹੜਾ ਖਰਾਬ ਸੀਗਾ। ਸੋ ਉਸ ਟਾਈਮ ਮੋਟਰ ਦੇ ਡਰਾਈਵਰ ਸਰਦਾਰ ਗੁਰਦਿੱਤ ਸਿੰਘ ਉਹਨਾਂ ਨੇ ਕਿਹਾ ਕਿ ਬਾਬਾ ਜੀ ਜੇ ਆਪਾਂ ਕੱਚੇ ਰਸਤੇ ਜਾਵਾਂਗੇ ਤਾਂ ਟਾਈਮ ਜ਼ਿਆਦਾ ਲੱਗੂ, ਤਾਂ ਹੋ ਸਕਦਾ ਗੱਡੀ ਵੀ ਕਿਸੇ ਕੱਚੇ ਰਸਤੇ 'ਚ ਫਸ ਸਕਦੀ ਆ। ਕਿਉਂ ਨਾ ਆਪਾਂ ਨਹਿਰ ਦੀ ਜਿਹੜੀ ਪਟੜੀ ਪੱਕੀ ਆ ਇਹਦੇ 'ਤੇ ਗੱਡੀ ਚਾੜ ਲਈਏ ਅਤੇ ਨਾਲੇ ਆਪਾਂ ਜਿਹੜੇ ਹਨ ਛੇਤੀ ਮਹਾਂਪੁਰਖਾਂ ਦੇ ਕੋਲ ਪਹੁੰਚ ਜਾਵਾਂਗੇ। ਇਹ ਜਿਹੜੀ ਗੱਲ ਦੀ ਡਰਾਈਵਰ ਦੀ ਸੁਣ ਕੇ ਬਾਬਾ ਜੀ ਚੁੱਪ ਰਹੇ ਅਤੇ ਫਿਰ ਉਸੇ ਟਾਈਮ ਜਿਹੜੇ ਸਰਦਾਰ ਗੁਰਦਿੱਤ ਸਿੰਘ ਡਰਾਈਵਰ ਸੀਗੇ, ਇਹਨਾਂ ਨੇ ਗੱਡੀ ਨਹਿਰ ਦੀ ਪਟੜੀ 'ਤੇ ਚਾੜ ਦਿੱਤੀ। ਜਦ ਪਟੜੀ 'ਤੇ ਗੱਡੀ ਜਿਹੜੀ ਚਾੜੀ ਆ ਅਤੇ ਜਿਉਂ ਇਹ ਗੱਡੀ ਜਿਹੜੀ ਤੁਰੀ ਆ, ਇਹ ਤੁਰਦੇ ਤੁਰਦੇ ਜਦੋਂ ਗੱਡੀ ਜਿਹੜੀ ਸੀਗੀ ਇਹ ਆਪਣੇ ਭੀਲੇ ਦੇ ਪੁਲ 'ਤੇ ਜਦ ਪਹੁੰਚੀ ਆ, ਇਹ ਜਿਹੜਾ ਬੀਲੇ ਦਾ ਪੁਲ ਸੀਗਾ ਇੱਥੇ ਉੱਤੇ ਪਹੁੰਚੀ ਆ, ਉਸ ਟਾਈਮ ਇੱਕ ਸਰਦਾਰ ਚੰਨਣ ਸਿੰਘ ਹੋਏ ਆ। ਇਹ ਜਿਹੜੇ ਸਰਦਾਰ ਚੰਨਣ ਸਿੰਘ ਸੀਗੇ ਇਹ ਸਬ ਇੰਸਪੈਕਟਰ ਸੀਗੇ। ਇਹ ਜਿਹੜੀ ਮਹਿਕਮਾ ਨਹਿਰ ਦੇ ਵਿੱਚ ਲੱਗੇ ਹੋਏ ਸੀ। ਇਹਨਾਂ ਦਾ ਪਿੰਡ ਸੀਗਾ ਬੋਪਾਰਾਮਾ, ਜਿਹੜਾ ਜ਼ਿਲ੍ਹਾ ਲੁਧਿਆਣੇ 'ਚ ਪੈਂਦਾ। ਇਹਨਾਂ ਨੇ ਜਿਸ ਗੱਡੀ 'ਚ ਬਾਬਾ ਜੀ ਬੈਠੇ ਸੀ ਉਹਨੂੰ ਹੱਥ ਦੇ ਦਿੱਤਾ, ਹੱਥ ਦੇ ਕੇ ਰੋਕ ਦਿੱਤੀ। ਜਦ ਰੋਕੀ ਆ ਅਤੇ ਆਪਣੇ ਜਿਹੜੇ ਸਰਕਾਰੀ ਰੋਹਬ ਦੇ ਵਿੱਚ ਜਿਹੜੇ ਇਹਨੇ ਚੰਨਣ ਸਿੰਘ ਨੇ ਜਿਹੜੀ ਸੀ ਬੜੀ ਉੱਚੀ ਦੇਣੀ ਕਿਹਾ ਕਿ ਕਿਹਦੇ ਹੁਕਮ ਦੇ ਨਾਲ ਇਹ ਜਿਹੜੀ ਗੱਡੀ ਹੈ ਤੁਸੀਂ ਪਟੜੀ 'ਤੇ ਚਾੜੀ ਆ। ਜਦੋਂ ਇਸ ਗੱਲ ਦਾ ਥੋੜ੍ਹਾ ਰੌਲਾ ਪਿਆ ਅਤੇ ਗੱਡੀ ਵਿੱਚ ਸਰਦਾਰ ਜੋਗਿੰਦਰ ਸਿੰਘ ਜਿਹੜੇ ਉਤਰ ਕੇ ਚੰਨਣ ਸਿੰਘ ਦੇ ਪਾਸ ਪਹੁੰਚੇ ਆ
ਤੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਭਾਈ ਰਸਤਾ ਉਧਰ ਕੱਚਾ ਖਰਾਬ ਸੀਗਾ, ਇਸ ਕਰਕੇ ਥੋੜ੍ਹੀ ਸਾਡੀ ਮਜਬੂਰੀ ਬਣੀ ਆ, ਕਿਉਂਕਿ ਅਸੀਂ ਥੋੜ੍ਹਾ ਜਲਦੀ ਜਾਣਾ ਚਾਹੁੰਦੇ ਹਾਂ। ਤੇ ਗੱਡੀ ਵਿੱਚ ਬਾਬਾ ਨੰਦ ਸਿੰਘ ਹੁਣੀ ਜਿਹੜੇ ਕਲੇਰਾਂ ਵਾਲੇ ਮਹਾਂਪੁਰਖ ਉਹ ਬੈਠੇ ਆ, ਤੇ ਅਸੀਂ ਭੁੱਚੋ ਸਾਹਿਬ ਸੰਤ ਹਰਨਾਮ ਸਿੰਘ ਦੇ ਦਰਸ਼ਨ ਕਰਨ ਜਾਣਾ ਹੈ। ਇਸ ਕਰਕੇ ਅਸੀਂ ਇਹ ਰਸਤਾ ਚੁਣ ਲਿਆ ਹੈਗਾ। ਪਰ ਜਿਹੜਾ ਚੰਨਣ ਸਿੰਘ ਸੀਗਾ ਉਹਨੂੰ ਆਪਣੇ ਆਪ 'ਤੇ ਇੰਨਾ ਮਾਣ ਸੀਗਾ, ਉਹਨੇ ਜਿਹੜੀ ਸੀ ਦੂਸਰੀ ਗੱਲ ਹੀ ਨਹੀਂ ਕਿਸੇ ਦੀ ਸੁਣੀ। ਉਹਨੇ ਸੁੱਧੀਆਂ ਜਿਹੜੀਆਂ ਸੀਗੀਆਂ ਹੈ ਨਾ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਗਾਲਾਂ ਦੇ ਵਿੱਚ ਉਹਨਾਂ ਨੇ ਜਿੱਥੇ ਸੰਤ ਹਰਨਾਮ ਸਿੰਘ ਨੂੰ ਬੁਰਾ ਭਲਾ ਬੋਲਿਆ, ਅਤੇ ਉੱਥੇ ਨਾਲ ਹੀ ਜਿਹੜੇ ਸੀਗੇ ਉਹ ਬਾਬਾ ਨੰਦ ਸਿੰਘ ਨੂੰ ਵੀ ਬੁਰਾ ਭਲਾ ਬੋਲਣ ਲੱਗ ਪਿਆ। ਜਦ ਬੋਲਣ ਲੱਗ ਪਿਆ ਤਾਂ ਫਿਰ ਜਿਹੜੇ ਸਰਦਾਰ ਜੋਗਿੰਦਰ ਸਿੰਘ ਸੀ ਉਹ ਚੰਨਣ ਸਿੰਘ ਨੂੰ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ, ਤੂੰ ਇੰਨਾ ਗਰਮ ਹੋ ਕੇ ਗੱਲ ਨਾ ਕਰ, ਅਗਰ ਕੋਈ ਥੋੜ੍ਹਾ ਬਹੁਤ ਪੈਸਿਆਂ ਦਾ ਲੈਣ ਦੇਣ ਕਰਨਾ ਤਾਂ ਦੇਖ ਲਾ, ਅਸੀਂ ਤੇਰੇ ਨਾਲ ਨਿਬੜ ਲਵਾਂਗੇ। ਪਰ ਚੰਨਣ ਸਿੰਘ ਨੇ ਦੂਸਰੀ ਗੱਲ ਹੀ ਨਹੀਂ ਕੀਤੀ। ਉਹਨੇ ਤਾਂ ਇੱਕੋ ਗੱਲ ਕਹੀ ਵੀ ਮੈਂ ਤਾਂ ਇਸ ਗੱਡੀ ਦਾ ਚਲਾਨ ਕਰਨਾ, ਬਸ ਦੂਸਰੀ ਗੱਲ ਹੀ ਕੋਈ ਨਹੀਂ। ਜਦ ਚੰਨਣ ਸਿੰਘ ਇਸ ਗੱਲ 'ਤੇ ਅੜ ਗਿਆ ਅਤੇ ਉਸ ਟਾਈਮ ਬਾਬਾ ਨੰਦ ਸਿੰਘ ਹੁਣੀ ਵੀ ਜਿਹੜੀ ਸੋ ਗੱਡੀ ਤੋਂ ਥੱਲੇ ਉਤਰ ਕੇ ਜਦੋਂ ਜਿਹੜੇ ਸੀ ਇੱਕ ਪਾਸੇ ਆਪਣਾ ਸੋਟਾ ਲੈ ਕੇ ਤੁਰਨ ਲੱਗੇ, ਅਤੇ ਚੰਨਣ ਸਿੰਘ ਨੇ ਕੋਲ ਆ ਕੇ ਇਹਨਾਂ ਨੇ ਅਤੇ ਬਾਬਾ ਜੀ ਨੂੰ ਵੀ ਬੜਾ ਉੱਚੀ ਜਿਹੜਾ ਸੀਗਾ ਬੁਰਾ ਭਲਾ ਬੋਲ ਦਿੱਤਾ। ਪਰ ਬਾਬਾ ਜੀ ਨੇ ਉਹਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ। ਪਰ ਨਾਲ ਹੀ ਜਿਹੜੇ ਡਰਾਈਵਰ ਸੀ ਗੱਡੀ ਚਲਾਉਣ ਵਾਲੇ ਨੂੰ ਕਹਿਤਾ ਕਿ ਕੋਈ ਗੱਲ ਨਹੀਂ, ਤੁਸੀਂ ਇੱਦਾਂ ਕਰੋ ਵੀ ਗੱਡੀ ਜਿਹੜੀ ਹੈ ਨਾ ਤੁਸੀਂ ਕੱਚੇ ਰਸਤੇ ਪਾ ਲਓ, ਪਟੜੀ ਤੋਂ ਲਾ ਦਿਓ। ਸੋ ਇਹ ਜਿਹੜਾ ਬਚਨ ਸੁਣ ਕੇ ਜਿਹੜਾ ਡਰਾਈਵਰ ਸੀਗਾ ਅਤੇ ਜੋਗਿੰਦਰ ਸਿੰਘ ਹੁਣੀ ਸੀ ਗੱਡੀ 'ਚ ਬੈਠ ਕੇ, ਅਤੇ ਬਾਬਾ ਜੀ ਉੱਥੋਂ ਤੁਰਦੇ ਜਿਹੜੀ ਸੀਗੀ ਉਹ ਕੱਚਾ ਰਸਤਾ ਜਿਹੜਾ ਖਰਾਬ ਸੀਗਾ ਉੱਥੋਂ ਕਾਫੀ ਅੱਗੇ ਨਿਕਲ ਗਏ। ਤਕਰੀਬਨ 2-3 ਕਿਲੋਮੀਟਰ ਦੂਰ ਬਾਬਾ ਨੰਦ ਸਿੰਘ ਹੁਣੀ ਤੁਰ ਕੇ ਚਲੇ ਗਏ। ਫਿਰ ਜਿਹੜੀ ਕਾਰ ਸੀ ਕੱਚੇ ਰਸਤੇ ਹੌਲੀ ਹੌਲੀ ਲੰਘਾ ਕੇ ਜਦ ਥੋੜ੍ਹਾ ਜਿਹਾ ਵਧੀਆ ਰਸਤਾ ਸਾਫ਼ ਆਇਆ, ਉੱਥੇ ਫਿਰ ਜਿਹੜਾ ਸੀ ਸਰਦਾਰ ਗੁਰਦਿੱਤ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਨੂੰ ਕਾਰ ਦੇ ਵਿੱਚ ਬਿਠਾ ਲਿਆ। ਜਦ ਕਾਰ 'ਚ ਬਿਠਾ ਲਿਆ ਤਾਂ ਹੌਲੀ ਹੌਲੀ ਜਿਹੜੀ ਕਾਰ ਸੀਗੀ ਫਿਰ ਇਹ ਭੁੱਚੋ ਸਾਹਿਬ ਪਹੁੰਚ ਗਈ। ਜਦ ਭੁੱਚੋ ਸਾਹਿਬ ਪਹੁੰਚੀ ਹੈ ਅਤੇ ਇੱਥੇ ਸੰਤ ਹਰਨਾਮ ਸਿੰਘ ਹੁਣਾਂ ਨੂੰ ਜਦ ਬਾਬਾ ਨੰਦ ਸਿੰਘ ਹੁਣਾਂ ਨੇ ਮੱਥਾ ਟੇਕਿਆ ਅਤੇ ਬਾਬਾ ਹਰਨਾਮ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਨੰਦ ਸਿਆਂ ਵੀ ਬੜਾ ਦੇਰ ਕਰ ਦਿੱਤੀ ਆ, ਤੁਸੀਂ ਸਵੇਰ ਦੇ ਤੁਰੇ ਸੀਗੇ ਅਤੇ ਇੰਨਾ ਲੇਟ ਕਿਵੇਂ ਹੋ ਗਏ। ਜਦੋਂ ਹਜੇ ਮਹਾਂਪੁਰਖਾ ਭੁੱਚੋ ਵਾਲੇ ਨੇ ਇੰਨੀ ਗੱਲ ਹੀ ਕਹੀ ਤਾਂ ਫਿਰ ਜਿਹੜੇ ਸੀ ਸਰਦਾਰ ਜੋਗਿੰਦਰ ਸਿੰਘ ਉਹਨਾਂ ਨੇ ਨਾ ਭੁੱਚੋ ਵਾਲੇ ਮਹਾਂਪੁਰਖਾਂ ਨੂੰ ਜੋ ਰਾਹ ਦੇ ਵਿੱਚ ਬੀਤੀ ਸੀਗੀ ਉਹ ਸਾਰੀ ਸੁਣਾਤੀ ਵੀ ਆਉਣਾ ਤਾਂ ਅਸੀਂ ਟਾਈਮ ਨਾਲ ਚਾਹੁੰਦੇ ਸੀਗੇ, ਪਰ ਰਸਤੇ ਦੇ ਵਿੱਚ ਚੰਨਣ ਸਿੰਘ ਜਿਹੜਾ ਨਹਿਰ ਦੇ ਵਿੱਚ ਵੱਡਾ ਅਫਸਰ ਲੱਗਾ ਹੈਗਾ, ਉਹਨੇ ਸਾਡੀ ਜਿਹੜੀ ਗੱਡੀ ਉਹ ਰੋਕ ਦਿੱਤੀ ਅਤੇ ਰੋਕ ਕੇ ਫਿਰ ਬਾਬਾ ਜੀ ਨੂੰ ਵੀ ਕਾਫੀ ਬੁਰਾ ਭਲਾ ਬੋਲਿਆ ਹੈਗਾ। ਉਸ ਤੋਂ ਬਾਅਦ ਸਾਡੀ ਗੱਡੀ ਦਾ ਵੀ ਚਲਾਨ ਕਰ ਦਿੱਤਾ। ਜਦ ਇਹ ਸਾਰੀ ਗੱਲਬਾਤ ਸਰਦਾਰ ਜੋਗਿੰਦਰ ਸਿੰਘ ਹੁਣਾਂ ਨੇ ਵੱਡੇ ਮਹਾਂਪੁਰਖ ਭੁੱਚੋ ਵਾਲਿਆਂ ਦੇ ਨਾਲ ਸਾਂਝੀ ਕੀਤੀ, ਬਸ ਇਹ ਗੱਲ ਸੁਣਦੇ ਸਾਰੇ ਭੁੱਚੋ ਵਾਲੇ ਮਹਾਂਪੁਰਖਾਂ ਦੇ ਨੇਤਰਾਂ ਦੇ ਵਿੱਚ ਫਿਰ ਉਸ ਟਾਈਮ ਲਾਲੀ ਉਤਰਿਆ। ਜਦ ਵੀਰ ਰਸ ਉਤਰਿਆ ਨਾ ਮਹਾਂਪੁਰਖਾਂ ਦੇ ਨੇਤਰਾਂ ਦੇ ਵਿੱਚ, ਅਤੇ ਉਸੇ ਟਾਈਮ ਫਿਰ ਮਹਾਂਪੁਰਖਾਂ ਨੇ ਉੱਚੀ ਜਿਹੜੇ ਸੀਗੇ ਚੰਨਣ ਸਿੰਘ ਹੁਣਾਂ ਨੂੰ ਇਹ ਸਰਾਫ ਦੇਣੇ ਸ਼ੁਰੂ ਕਰ ਦਿੱਤੇ। ਕਹਿੰਦੇ ਭਾਈ ਉਹ ਆਪਣੇ ਆਪ ਨੂੰ ਨਹਿਰ ਦਾ ਮਾਲਕ ਅਖਵਾਉਂਦਾ ਹੈਗਾ, ਚਲੋ ਕਹਿੰਦੇ ਉਹ ਨੌਕਰੀ ਤੋਂ ਵੀ ਗਿਆ ਹੈਗਾ, ਨੌਕਰੀ ਤੋਂ ਵੀ ਡਿਸਚਾਰਜ ਹੋ ਗਿਆ ਹੈ। ਅਤੇ ਨਾਲ ਹੀ ਦੂਸਰਾ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜਾ ਚਲਾਨ ਉਹਨੇ ਕੀਤਾ ਸੀਗਾ ਹੈ ਨਾ, ਇਹ ਚਲਾਨ ਵੀ ਹੁਣ ਖਾਰਜ ਹੈ। ਅਤੇ ਚੰਨਣ ਸਿੰਘ ਅੱਜ ਤੋਂ ਬਾਅਦ ਨਾ ਮਰਿਆਂ 'ਚ ਰਹੇਗਾ ਨਾ ਜੀਂਦਿਆਂ 'ਚ ਰਹੇਗਾ। ਜਦ ਇਹ ਤਿੰਨ ਗੱਲਾਂ ਭੁੱਚੋ ਵਾਲੇ ਮਹਾਂਪੁਰਖਾਂ ਨੇ ਜਿਹੜੀਆਂ ਸੀਗੀਆਂ ਉਹ ਸਾਰੀ ਸੰਗਤ ਦੇ ਸਾਹਮਣੇ ਉੱਚੀ ਜਿਹੜੀਆਂ ਸੀਗੀਆਂ ਉਹ ਚੰਨਣ ਸਿੰਘ ਦੇ ਨੂੰ ਸਰਾਫ ਦੇ ਰੂਪ ਵਿੱਚ ਕਹਿਤੀਆਂ। ਬਸ ਗੱਲ ਕੀ ਸੀ, ਇਹ ਜਿਹੜੀਆਂ ਸੀ ਬਹੁਤ ਵੀਰ ਰਸ ਵਾਲੀਆਂ ਗੱਲਾਂ ਦੇ ਜਿਹੜੇ ਜੋ ਬਚਨ ਸੀਗੇ ਇਹ ਸੁਣਦੇ ਸਾਰੀ ਸੰਗਤ ਬੜੀ ਹੈਰਾਨ ਹੋਈ ਸੀ ਉਹਨਾਂ ਟਾਈਮਾਂ ਦੇ ਵਿੱਚ। ਪਰ ਉਸ ਟਾਈਮ ਫਿਰ ਦੇਖੋ ਹੁਣ ਸ਼ੇਰ ਦੀ ਬੜਕ ਹੈਗੀ, ਹੁਣ ਸ਼ੇਰ ਦੀ ਬੜਕ ਦੇ ਮੋਹਰੇ ਜਿਹੜੇ ਜਿਵੇਂ ਜਾਰਮਨ ਨੱਠ ਜਾਂਦੇ, ਪਰ ਹੁਣ ਜਵਾਬ ਕੌਣ ਦਿਓ ਵੱਡੇ ਮਹਾਂਪੁਰਖਾਂ ਨੂੰ। ਗੱਲ ਕੀ ਆ, ਜਦ ਇਹ ਜਿਹੜੇ ਸੀ ਬਚਨ ਵੱਡੇ ਮਹਾਂਪੁਰਖਾਂ ਨੇ ਕਹਿ ਦਿੱਤੇ ਉਸ ਟਾਈਮ ਫਿਰ ਬਾਬਾ ਨੰਦ ਸਿੰਘ ਹੁਣੀ ਜਿਹੜੇ ਸੀਗੇ ਉਹ ਚੁੱਪ ਰਹੇ। ਪਰ ਬਾਬਾ ਨੰਦ ਸਿੰਘ ਹੁਣੀ 2 ਦਿਨ ਮਹਾਂਪੁਰਖਾਂ ਦੀ ਸੇਵਾ 'ਚ ਰਹੇ ਆ, ਜਾਂ 2 ਦਿਨ ਮਹਾਂਪੁਰਖਾਂ ਦੀ ਸੇਵਾ 'ਚ ਰਿਹਾ। ਤੀਸਰੇ ਦਿਨ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਵੱਡੇ ਮਹਾਂਪੁਰਖਾਂ ਤੋਂ ਆਪਣੀ ਜਾਣ ਦੀ ਇਜਾਜ਼ਤ ਮੰਗੀ ਆ। ਜਦ ਜਾਣ ਦੀ ਇਜਾਜ਼ਤ ਮੰਗੀ ਆ ਅਤੇ ਫਿਰ ਉਸ ਟਾਈਮ ਜਿਹੜੀ ਮਹਾਂਪੁਰਖ ਸੀਗੇ ਉਹਨਾਂ ਨੂੰ ਬਾਬਾ ਵੱਡੇ ਭੁੱਚੋ ਵਾਲੇ ਸਾਹਿਬ ਵਾਲੇ ਮਹਾਂਪੁਰਖਾਂ ਨੇ ਬੜੀ ਖੁਸ਼ੀ ਨਾਲ ਇਜਾਜ਼ਤ ਦੇ ਦਿੱਤੀ ਅਤੇ ਬਾਬਾ ਜੀ ਫਿਰ ਉਸੇ ਹੀ ਕਾਰ ਦੇ ਵਿੱਚ ਜਿਹੜੇ ਸੀ ਉਹ ਵਾਪਸ ਆ ਗਏ। ਜਦ ਵਾਪਸ ਆਏ ਤਾਂ ਰਸਤੇ ਦੇ ਵਿੱਚ ਫਿਰ ਜਿਹੜੇ ਉਹ ਡਰਾਈਵਰ ਸਾਹਿਬ ਸੀ ਉਹਨਾਂ ਨੇ ਫਿਰ ਜਿਹੜੇ ਸੀ ਬਾਬਾ ਜੀ ਨੂੰ ਇਹ ਗੱਲ ਕਹਿਤੀ, ਕਹਿਣ ਲੱਗੇ, ਕਹਿੰਦੇ ਵੀ ਮਹਾਂਪੁਰਖੋ ਅੱਗੇ ਜਿਹੜੀ ਉਹ ਪੱਕੀ ਪਟੜੀ ਆ ਜਾਣੀ ਨਹਿਰ ਦੀ, ਤਾਂ ਰਸਤਾ ਬੜਾ ਖਰਾਬ ਆ, ਪਰ ਇੱਥੇ ਰਾਹ ਦੇ ਵਿੱਚ ਮੇਰਾ ਆਪਣਾ ਹੀ ਪਿੰਡ ਆਉਂਦਾ ਹੈਗਾ, ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਜੇ ਤੁਸੀਂ ਮੇਰੇ ਪਿੰਡ ਹੋ ਕੇ ਚਲੇ ਜਾਓ ਅਤੇ ਫਿਰ ਜਿਹੜੀ ਮੈਨੂੰ ਬੜੀ ਖੁਸ਼ੀ ਹੈਗੀ ਆ, ਨਾਲੇ ਤਾਂ ਸਾਰੀਆਂ ਸੰਗਤਾਂ ਸਾਡੇ ਇਲਾਕੇ ਦੀਆਂ ਉਹ ਵੀ ਤੁਹਾਡੇ ਦਰਸ਼ਨ ਕਰ ਲੈਣਗੀਆਂ
ਤੇ ਦਰਸ਼ਨ ਕਰਕੇ ਉਹਨਾਂ ਦਾ ਵੀ ਜਿਹੜਾ ਮਨ ਦਾ ਸੁਪਨਾ ਹੈ ਨਾ ਪੂਰਾ ਹੋ ਜਾਊਗਾ। ਜਦ ਇਸ ਤਰ੍ਹਾਂ ਜਿਹੜੀ ਸੀ ਬਚਨ ਵਿਲਾਸ ਹੋਏ ਆ ਤੇ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਠੀਕ ਆ ਭਾਈ, ਜਿਵੇਂ ਆਪ ਜੀ ਜਿਹੜੀ ਹੈ ਉਹ ਮਰਜ਼ੀ ਹੈਗੀ ਆ। ਸੋ ਇਸ ਤਰ੍ਹਾਂ ਜਿਹੜੇ ਸੀਗੇ ਮਹਾਂਪੁਰਖ ਜਿਹੜੇ ਸੀਗੇ ਉਹ ਫਿਰ ਡਰਾਈਵਰ ਸਾਹਿਬ ਦੇ ਨਾਲ ਹੀ ਉਹਨਾਂ ਦੇ ਪਿੰਡ ਜਿਹੜੇ ਸੀ ਜਦ ਪਹੁੰਚ ਗਏ। ਜਦ ਬਾਬਾ ਜੀ ਉੱਥੇ ਪਿੰਡ ਪਹੁੰਚੇ ਇਹਨਾਂ ਦੇ, ਤੇ ਪਿੰਡ ਪਹੁੰਚ ਕੇ ਫਿਰ ਬਾਬਾ ਜੀ ਨੇ ਜਿਹੜੇ ਸੀਗੇ ਉੱਥੇ ਆਲੇ ਦੁਆਲੇ ਦੇ ਜਿੰਨੇ ਇਲਾਕੇ ਦੇ ਹੋਰ ਵੀ ਸੱਜਣ ਸੀਗੇ ਉਹ ਸਾਰੇ ਇਕੱਠੇ ਹੋ ਗਏ। ਜਦ ਇਕੱਠੇ ਹੋ ਗਏ ਤੇ ਜਿਹੜੀ ਨੱਥੋਵਾਲ ਜਿਹੜਾ ਇਸ ਡਰਾਈਵਰ ਸਾਹਿਬ ਦਾ ਪਿੰਡ ਸੀਗਾ, ਇੱਥੇ ਦੇ ਜਿਹੜੇ ਘਰ ਦੇ ਸੀਗੇ ਜਾਂ ਹੋਰ ਆਲੇ ਦੁਆਲੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋ ਗਿਆ। ਤੇ ਇੱਥੇ ਹੀ ਨਾ ਬਾਬਾ ਜੀ ਨੇ ਇੱਕ ਦੀਵਾਨ ਲਾ ਦਿੱਤਾ। ਜਦ ਦੀਵਾਨ ਲੱਗਾ ਉਸ ਦੀਵਾਨ ਦੇ ਵਿੱਚ ਫਿਰ ਨਾ ਬਹੁਤ ਜ਼ਿਆਦਾ ਜਿਹੜੀਆਂ ਸੀਗੀਆਂ ਜਦ ਆਨੰਦ ਵੱਜਾ, ਗੁਰਬਾਣੀ ਦਾ ਕੀਰਤਨ ਦਾ ਰਸ ਹੋਇਆ ਹੈ। ਆਲੇ ਦੁਆਲੇ ਸੰਗਤਾਂ ਨੇ ਬੜਾ ਜਿਹੜਾ ਹੈ ਨਾ ਉਹ ਗੁਰੂ ਜਸ ਗਾਇਆ। ਉਸ ਤੋਂ ਬਾਅਦ ਫਿਰ ਗੁਰੂ ਜਸ ਗਾਉਣ ਤੋਂ ਬਾਅਦ ਹੈ ਨਾ ਫਿਰ ਬਾਬਾ ਜੀ ਫਿਰ ਉੱਥੋਂ ਅਗਲੇ ਦਿਨ ਜਿਹੜੇ ਸੀਗੇ ਉਹ ਆਪਣੇ ਇੱਧਰ ਨਾਨਕਸਰ ਕਲੇਰਾਂ ਵੱਲ ਨੂੰ ਜਿਹੜੇ ਸੀਗੇ ਉਹ ਆ ਗਏ। ਜਦ ਬਾਬਾ ਜੀ ਇੱਧਰ ਆਏ ਆ ਤੇ ਇੱਧਰ ਫਿਰ ਜਿਹੜਾ ਸੀ ਉਹ ਸਮਾਂ ਜਿਹੜਾ ਸੀਗਾ ਉਹ ਗੁਜ਼ਰਨਾ ਸ਼ੁਰੂ ਹੋ ਗਿਆ। ਉੱਧਰ ਜਿਹੜਾ ਹੈ ਨਾ ਚੰਨਣ ਸਿੰਘ ਸੀਗਾ, ਜਦ ਮਹਾਂਪੁਰਖ ਨੇ ਬਚਨ ਕੀਤਾ ਉਸ ਬਚਨ ਦੇ ਨਾਲ ਹੀ ਉਹਦੇ ਸਰੀਰ ਦੇ ਵਿੱਚ ਹਲਕਾ ਹਲਕਾ ਦਰਦ ਹੋਣਾ ਸ਼ੁਰੂ ਹੋਇਆ। ਜਦ ਦਰਦ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਉਹ ਜਿਹੜਾ ਦਰਦ ਸੀਗਾ ਉਹ ਕਿਸੇ ਬਿਮਾਰੀ ਦੀ ਸ਼ਕਲ ਦੇ ਵਿੱਚ ਬਣ ਗਿਆ। ਤੇ ਗੱਲ ਕੀ, ਫਿਰ ਚੰਨਣ ਸਿੰਘ ਹੁਣਾਂ ਨੂੰ ਜਿਹੜਾ ਸੀ ਉਹ ਮਹਾਂਪੁਰਖਾਂ ਦਾ ਸੁਰਾਫ ਦਾ ਜਿਹੜਾ ਵਚਨ ਸੀਗਾ ਪੂਰਾ ਹੋ ਗਿਆ। ਚੰਨਣ ਸਿੰਘ ਨੂੰ ਫਿਰ ਉਸ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਫਿਰ ਗਠੀਏ ਦੀ ਬਿਮਾਰੀ ਸ਼ੁਰੂ ਹੋਈ। ਜਦ ਗਠੀਏ ਦੀ ਬਿਮਾਰੀ ਸ਼ੁਰੂ ਹੋਈ ਸਾਰੇ ਜੋੜਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਤੇ ਚੰਨਣ ਸਿੰਘ ਜਿੰਨਾ ਵੀ ਇਲਾਜ ਕਰਾਉਂਦਾ ਉਨਾ ਹੀ ਰੋਗ ਵੱਧਦਾ ਜਾਂਦਾ। ਬਸ ਰੋਗ ਵੱਧਦਾ ਇੰਨਾ ਵੱਧ ਗਿਆ ਕਿ ਚੰਨਣ ਸਿੰਘ ਦਾ ਉੱਠਣਾ ਬੈਠਣਾ ਵੀ ਜਿਹੜਾ ਸੀਗਾ ਉਹ ਬੜਾ ਮੁਸ਼ਕਲ ਹੋ ਗਿਆ। ਤੇ ਜਿਹੜੀ ਨੌਕਰੀ ਸੀਗੀ ਹੁਣ ਨੌਕਰੀ ਤੋਂ ਨਾ ਜਾਣ ਕਰਕੇ ਸਰਕਾਰ ਨੇ ਫਿਰ ਜਿਹੜਾ ਸੀਗਾ ਉਹ ਚੰਨਣ ਸਿੰਘ ਨੂੰ ਨੌਕਰੀ ਤੋਂ ਡਿਸਚਾਰਜ ਕਰਤਾ। ਜਦ ਚੰਨਣ ਸਿੰਘ ਨੂੰ ਨੌਕਰੀ 'ਚੋਂ ਕੱਢ ਦਿੱਤਾ ਉਸ ਤੋਂ ਬਾਅਦ ਫਿਰ ਜਿਹੜਾ ਚੰਨਣ ਸਿੰਘ ਸੀਗਾ ਉਹ ਜਿਹੜਾ ਥੋੜ੍ਹਾ ਬਹੁਤਾ ਨੇ ਪੈਸਾ ਜੋੜਿਆ ਸੀਗਾ ਉਹ ਵੀ ਬਿਮਾਰੀ 'ਤੇ ਲੱਗ ਗਿਆ। ਤੇ ਘਰ ਦੇ ਵਿੱਚ ਜਦ ਪੂਰੇ ਪੈਸੇ ਖਰਚ ਹੋ ਗਏ, ਗਰੀਬੀ ਦੀ ਹਾਲਤ ਹੋ ਗਈ, ਤੇ ਚੰਨਣ ਸਿੰਘ ਮੰਜੇ 'ਤੇ ਬੈਠਾ ਫਿਰ ਬਿਲਕਦਾ ਹੈਗਾ ਤੇ ਕਿਵੇਂ ਉੱਪਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੈਗਾ। ਤੇ ਜਦੋਂ ਉਹ ਆਪਣੀ ਸਰਕਾਰੀ ਉਹਦੇ ਦਾ ਜਿਹੜਾ ਦਬਦਬਾ ਸੀਗਾ ਲੋਕਾਂ ਨੂੰ ਦਿਖਾਉਂਦਾ ਸੀ, ਪਰ ਅੱਜ ਜਿਹੜੇ ਉਹਦੇ ਰਿਸ਼ਤੇਦਾਰ ਸੀ ਉਹ ਜਿਹੜੇ ਉਹਦੇ ਨਾਲ ਜਿਹੜੇ ਸੀ ਕਿਸੇ ਟਾਈਮ ਜਿਹੜੇ ਸੀ ਉਹਦੀ ਪਾਣੀ ਭਰਦੇ ਹੁੰਦੇ ਸੀ, ਉਹਦੇ ਕੋਲ ਬਹਿੰਦੇ ਉੱਠਦੇ ਹੁੰਦੇ ਸੀ, ਅੱਜ ਉਹ ਵੀ ਉਹਦਾ ਸਾਥ ਛੱਡ ਕੇ ਜਿਹੜੇ ਸੀ ਉਹ ਸਾਰੇ ਚਲੇ ਗਏ। ਜਦ ਸਾਥ ਛੱਡ ਕੇ ਨਾ ਸਾਰੇ ਚਲੇ ਗਏ, ਨੌਕਰੀ ਵੀ ਗਈ, ਪੈਸਾ ਵੀ ਗਿਆ, ਘਰ 'ਚ ਗਰੀਬੀ ਵੀ ਆ ਗਈ। ਫਿਰ ਪਰਿਵਾਰ ਵੀ ਸਾਰਾ ਬੈਠ ਕੇ ਰੋਵੇ ਤੇ ਚੰਨਣ ਸਿੰਘ ਦੀ ਘਰ ਵਾਲੀ ਵੀ ਰੋਂਦੀ ਸੀ। ਜਦ ਘਰ ਵਾਲੀ ਵੀ ਰੋਵੇ ਤੇ ਇੱਕ ਦਿਨ ਫਿਰ ਜਦੋਂ ਸਾਰੇ ਰਿਸ਼ਤੇਦਾਰ ਵੀ ਚਲੇ ਗਏ ਤੇ ਚੰਨਣ ਸਿੰਘ ਦੀ ਇਹ ਹਾਲਤ ਦੇਖ ਕੇ ਜਿਹੜੇ ਸੀਗੇ ਹਨ ਫਿਰ ਉਸ ਟਾਈਮ ਇੱਕ ਕੋਈ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹ ਚੰਨਣ ਸਿੰਘ ਦੇ ਕੋਲ ਪਹੁੰਚੇ। ਉਹਨਾਂ ਨੇ ਫਿਰ ਉਸ ਟਾਈਮ ਚੰਨਣ ਸਿੰਘ ਦੀ ਹਾਲਤ ਦੇਖ ਕੇ ਇਹ ਗੱਲ ਕਹੀ ਆ, ਕਹਿੰਦੇ ਵੀ ਸਾਡੇ ਨਗਰ ਦੇ ਵਿੱਚ ਸੰਤ ਗੁਲਾਬ ਸਿੰਘ ਹੋਣੀ ਜਿਹੜੇ ਉਹ ਮੰਨੇ ਪਰਮੰਨੇ ਹਕੀਮ ਹੈਗੇ ਆ ਤੇ ਉਹਨਾਂ ਪਾਸ ਜਾ ਕੇ ਜੋ ਵੀ ਕੋਈ ਆਉਂਦਾ ਉਹਦਾ ਇਲਾਜ ਜਿਹੜਾ ਵਧੀਆ ਢੰਗ ਨਾਲ ਕਰਦੇ ਆ। ਭਾਵ ਕੀ ਆ, ਮਰੀਜ਼ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਆ, ਉਹਨਾਂ ਦੇ ਇਲਾਜ ਦੇ ਵਿੱਚ ਐਸੀ ਬਰਕਤ ਹੈਗੀ ਆ। ਸੋ ਇਹ ਗੱਲ ਸੁਣ ਕੇ ਫਿਰ ਚੰਨਣ ਸਿੰਘ ਦੇ ਘਰ ਦੇ ਜਿਹੜੇ ਸੀ ਚੰਨਣ ਸਿੰਘ ਨੂੰ ਸੰਤ ਗੁਲਾਬ ਸਿੰਘ ਹੋਣਾ ਪਾਸ ਲੈ ਆਏ। ਜਦ ਗੁਲਾਬ ਸਿੰਘ ਹੋਣਾ ਪਾਸ ਆਏ ਤਾਂ ਸੰਤ ਗੁਲਾਬ ਸਿੰਘ ਹੋਣਾ ਚੰਨਣ ਸਿੰਘ ਦੀ ਨਬਜ਼ ਦੇਖੀ। ਨਬਜ਼ ਦੇਖ ਕੇ ਤਾਂ ਫਿਰ ਜਿਹੜੀਆਂ ਸੀ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਜਿੰਨੀਆਂ ਵੀ ਦਵਾਈਆਂ ਦਿੱਤੀਆਂ ਚੰਨਣ ਸਿੰਘ ਦਵਾਈਆਂ ਖਾਂਦਾ ਜਿਹੜਾ ਸੀਗਾ ਇੱਕ ਭੋਰਾ ਆਰਾਮ ਨਹੀਂ ਆਇਆ। ਰੋਗ ਸਮਾਂ ਉਲਟ ਜਿਹੜਾ ਸੀ ਉਹ ਵੱਧਦਾ ਰਿਹਾ। ਜਦ ਵੱਧਦਾ ਰਿਹਾ ਤੇ ਫਿਰ ਜਿਹੜੇ ਸੀ ਉਹ ਸੰਤ ਗੁਲਾਬ ਸਿੰਘ ਵੀ ਹੈਰਾਨ ਹੋ ਗਏ। ਉਹ ਚੰਨਣ ਸਿੰਘ ਦੇ ਉਹਦੇ ਘਰਦਿਆਂ ਨੂੰ ਕਹਿਣ ਲੱਗੇ ਕਿ ਅੱਜ ਤੱਕ ਮੇਰਾ ਜਿਹੜਾ ਜਾਤੀ ਤਜਰਬਾ ਉਹ ਇੰਨਾ ਹੈਗਾ ਕਿ ਮੈਂ ਅਗਰ ਕਿਸੇ ਵੀ ਮਰੀਜ਼ ਨੂੰ ਦਵਾਈ ਦਿੰਦਾ ਤੇ ਉਹਨੂੰ ਹਰੇਕ ਹਾਲਤ ਦੇ ਵਿੱਚ ਆਰਾਮ ਆਉਂਦਾ, ਪਰ ਮੇਰੀ ਦਵਾਈ ਤੈਨੂੰ ਘਾਟ ਨਹੀਂ ਕਰ ਰਹੀ। ਤੇ ਅਸਲ ਦੇ ਵਿੱਚ ਦੱਸ ਕੋਈ ਜ਼ਿੰਦਗੀ 'ਚ ਐਸੀ ਘਟਨਾ ਤੇਰੇ ਜੀਵਨ ਦੇ ਵਿੱਚ ਜਿਹੜੀ ਉਹ ਤਾਂ ਨਹੀਂ ਹੋਈ ਕਿ ਕੋਈ ਐਸਾ ਕੋਈ ਸਰਾਫ ਕੋਈ ਐਸਾ ਕਿਸੇ ਨੇ ਕੋਈ ਬਚਨ ਜਿਹੜਾ ਸੀ ਉਹ ਤੇਰੇ ਨਾਲ ਬੋਲਿਆ ਹੋਵੇ ਜਿਹਦੇ ਕਰਕੇ ਜਿਹੜੀ ਤੂੰ ਇਸ ਬਿਮਾਰੀ ਦੀ ਸਟੇਜ 'ਤੇ ਪਹੁੰਚ ਗਿਆ ਹੋਵੇ ਕਿ ਮੇਰੀ ਵੀ ਦਵਾਈ ਜਿਹੜੀ ਤੇਰੇ 'ਤੇ ਅਸਰ ਨਹੀਂ ਕਰਦੀ। ਜਦ ਇਹ ਗੱਲ ਹੋਈ ਫਿਰ ਚੰਨਣ ਸਿੰਘ ਨੂੰ ਉਸ ਟਾਈਮ ਆਪਣਾ ਜਿਹੜਾ ਇਹ ਘਟਨਾ ਹੋਈ ਸੀ ਉਸ ਨਹਿਰ ਦੇ ਉੱਤੇ ਬਾਬਾ ਜੀ ਦੀ ਜਦ ਗੱਡੀ ਰੋਕੀ ਸੀ ਉਹ ਯਾਦ ਆਈ। ਜਦ ਯਾਦ ਆਈ ਤਾਂ ਚੰਨਣ ਸਿੰਘ ਰੋਣ ਲੱਗ ਪਿਆ। ਜਦ ਰੋਣ ਲੱਗੇ ਸੰਤ ਗੁਲਾਬ ਸਿੰਘ ਨੇ ਕਹਿਣ ਲੱਗੇ ਵੀ ਗੱਲ ਕੀ ਹੋਈ। ਫਿਰ ਚੰਨਣ ਸਿੰਘ ਕਹਿਣ ਲੱਗਾ ਕਿ ਇੱਕ ਵਾਰੀ ਬਾਬਾ ਨੰਦ ਸਿੰਘ ਹੋਣੀ ਜਦ ਗੱਡੀ ਦੇ ਵਿੱਚ ਭੁੱਚੋ ਸਾਹਿਬ ਵੱਡੇ ਸੰਤ ਮਹਾਂ ਹਰਨਾਮ ਸਿੰਘ ਦੇ ਦਰਸ਼ਨ ਕਰਨ ਵਾਸਤੇ ਸੰਗਤ ਨਾਲ ਜਾ ਰਹੇ ਸੀ। ਉਸ ਟਾਈਮ ਮੈਂ ਉਹਨਾਂ ਦੀ ਗੱਡੀ ਜਿਹੜੀ ਸੀ ਉਹ ਨਹਿਰ ਦੀ ਪਟੜੀ 'ਤੇ ਰੋਕ ਦਿੱਤੀ ਸੀ ਅਤੇ ਉਹਨਾਂ ਦੀ ਗੱਡੀ ਦਾ ਚਲਾਨ ਕਰ ਦਿੱਤਾ ਸੀ। ਅਤੇ ਭੁੱਚੋ ਵਾਲੇ ਮਹਾਂਪੁਰਖਾਂ ਨੇ ਅਤੇ ਬਾਬਾ ਨੰਦ ਸਿੰਘ ਨੂੰ ਵੀ ਬੜਾ ਬੁਰਾ ਭਲਾ ਮੈਂ ਬੋਲਿਆ ਸੀਗਾ। ਬਸ ਉਹ ਸ਼ਾਇਦ ਹੋ ਸਕਦਾ ਵੀ ਉਸੇ ਬੁਰੇ ਭਲੇ ਦਾ ਜਿਹੜਾ ਨਤੀਜਾ ਹੈਗਾ ਇਹ ਹੈ ਕਿ ਅੱਜ ਮੈਂ ਜਿਹੜਾ ਹੈਗਾ ਨਾ ਜੀਂਦਿਆਂ 'ਚ ਨਾ ਮਰਿਆਂ 'ਚ।
ਜਦ ਇਹ ਗੱਲ ਹੋਈ ਤਾਂ ਫਿਰ ਸੰਤ ਗੁਲਾਬ ਸਿੰਘ ਹੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਤਾਂ ਸੰਤਾਂ ਦਾ ਸਰਾਫਿਆ ਹੋਇਆ ਹੈਗਾ, ਇਸ ਕਰਕੇ ਭਾਈ ਮੇਰੀ ਦਵਾਈ ਤੇਰੇ 'ਤੇ ਅਸਰ ਨਹੀਂ ਕਰ ਸਕਦੀ, ਤੂੰ ਜਾ ਕੇ ਹੈ ਨਾ ਬਾਬਾ ਨੰਦ ਸਿੰਘ ਹੁਣਾਂ ਦੇ ਜਾ ਕੇ ਚਰਨ ਫੜ ਲੈ। ਜਦ ਇੰਨੀ ਗੱਲ ਹੋਈ ਬਸ ਫਿਰ ਕੀ ਸੀ, ਸੰਤ ਗੁਲਾਬ ਸਿੰਘ ਹੁਣੀ ਤਾਂ ਜਿਹੜੇ ਸੀਗੇ ਇਹ ਕਹਿ ਕੇ ਚਲੇ ਗਏ, ਪਰ ਹੁਣ ਚੰਨਣ ਸਿੰਘ ਜਿਹੜਾ ਸੀ ਉਹ ਮੰਜੇ 'ਤੇ ਮਿਲ ਗਏ ਵੀ ਹੁਣ ਕੀ ਹੋ ਸਕਦਾ ਹੈਗਾ। ਫਿਰ ਪਰ ਚੰਨਣ ਸਿੰਘ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੇ ਆਂਢ ਗੁਆਂਢ ਜਿੰਨੇ ਵੀ ਕੋਈ ਪਿੰਡ ਦੇ ਚੰਗੇ ਬੰਦੇ ਸੀ ਉਹਨਾਂ ਦਾ ਮਿਹਨਤ ਤਰਲਾ ਕਰਕੇ ਸੰਤ ਗੁਲਾਬ ਸਿੰਘ ਨੂੰ ਮਨਾ ਲਿਆ ਕਿ ਤੁਸੀਂ ਸਾਡੇ ਨਾਲ ਜਾਵੋ ਬਾਬਾ ਨੰਦ ਸਿੰਘ ਦੇ ਪਾਸ, ਕਿਉਂਕਿ ਮੈਂ ਕਿਸੇ ਟਾਈਮ ਉਹਨਾਂ ਨੂੰ ਅਸੀਂ ਗਾਲਾਂ ਕੱਢੀਆਂ ਸੀਗੀਆਂ, ਪਰ ਅਸੀਂ ਹੁਣ ਕਿਹੜੇ ਮੂੰਹ ਦੇ ਨਾਲ ਜਾ ਕੇ ਉਹਨਾਂ ਕੋਲ ਭੁੱਲ ਬਖਸ਼ਾਈਏ। ਸੋ ਜਿਹੜੇ ਸੀਗੇ ਸੰਤ ਗੁਲਾਬ ਸਿੰਘ ਹੋਣੀ ਉਹਨਾਂ ਨੂੰ ਚੰਨਣ ਸਿੰਘ 'ਤੇ ਤਰਸ ਹੈਗਾ, ਕਹਿੰਦੇ ਚਲੋ ਠੀਕ ਆ ਮੈਂ ਚੱਲਦਾ ਹੈਗਾ। ਫਿਰ ਸੰਤ ਗੁਲਾਬ ਸਿੰਘ ਹੋਣੀ ਚੰਨਣ ਸਿੰਘ ਦਾ ਮੰਜਾ ਚੱਕ ਕੇ ਹੋਰ ਜਿਹੜੇ ਘਰ ਦੇ ਸੀ ਜਾਂ ਥੋੜ੍ਹੇ ਬਹੁਤੇ ਸੱਜਣ ਸੀਗੇ ਉਹਨਾਂ ਨੂੰ ਲੈ ਕੇ ਬਾਬਾ ਨੰਦ ਸਿੰਘ ਹੁਣਾਂ ਪਾਸ ਪਹੁੰਚੇ। ਜਦ ਬਾਬਾ ਨੰਦ ਸਿੰਘ ਹੁਣਾਂ ਪਹੁੰਚੇ ਤਾਂ ਸੰਤ ਗੁਲਾਬ ਸਿੰਘ ਹੁਣਾਂ ਨੇ ਆ ਕੇ ਨਾ ਬਾਬਾ ਨੰਦ ਸਿੰਘ ਹੁਣਾਂ ਨੂੰ ਮੱਥਾ ਟੇਕਿਆ। ਬਾਬਾ ਜੀ ਨੇ ਸੰਤ ਗੁਲਾਬ ਸਿੰਘ ਹੁਣਾਂ ਦਾ ਬੜਾ ਸਤਿਕਾਰ ਕੀਤਾ, ਸੁੱਖ ਸ਼ਾਂਤ ਪੁੱਛੀ ਅਤੇ ਸੇਵਾ ਪਾਣੀ ਕੀਤਾ। ਪਰ ਸੰਤ ਗੁਲਾਬ ਸਿੰਘ ਨੇ ਕਹਿਣ ਲੱਗੇ ਮਹਾਂਪੁਰਖੇ ਕਿਰਪਾ ਕਰੋ ਕਿ ਇੱਕ ਜਿਹੜਾ ਜੀਵ ਹੈਗਾ ਜਿਹੜਾ ਮੰਜੇ 'ਤੇ ਪਿਆ ਬਹੁਤ ਦੇਰ ਦਾ ਕੁਰਲਾ ਰਿਹਾ ਉਹਨੂੰ ਬਖਸ਼ ਦਿਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਨੇ ਕਹਿੰਦੇ ਭਾਈ ਕੌਣ? ਫਿਰ ਸੰਤ ਗੁਲਾਬ ਸਿੰਘ ਨੇ ਕਿਹਾ ਵੀ ਉਹ ਸਰਦਾਰ ਚੰਨਣ ਸਿੰਘ ਵਾ ਜਿਹੜਾ ਮਹਿਕਮੇ ਦੇ ਵਿੱਚ ਇੰਸਪੈਕਟਰ ਲੱਗਾ ਸੀਗਾ, ਅਤੇ ਉਹਨੇ ਤੁਹਾਡੀ ਕਾਰ ਰੋਕ ਲਈ ਸੀ ਅਤੇ ਕਾਰ ਰੋਕ ਕੇ ਉਹਨਾਂ ਨੇ ਤੁਹਾਨੂੰ ਬੁਰਾ ਭਲਾ ਕਿਹਾ ਸੀਗਾ, ਅਤੇ ਇਸ ਕਰਕੇ ਉਹਨਾਂ ਨੂੰ ਜਿਹੜੇ ਸਰਾਫ ਮਿਲੇ ਆ ਉਹਦੇ ਕਰਕੇ ਉਹ ਜਿਹੜੇ ਗੁਲਾਬ ਸਿੰਘ ਹੁਣੀ ਹੈ ਉਹਨਾਂ ਦਾ ਜੀਵਨ ਇੱਦਾਂ ਦਾ ਹੋ ਗਿਆ ਕਿ ਨਾ ਅੱਜ ਮਰਿਆਂ 'ਚ ਨਾ ਜੀਂਦਿਆਂ 'ਚ, ਨੌਕਰੀ ਵੀ ਗਈ, ਘਰ 'ਚ ਗਰੀਬੀ ਆ, ਰੋਟੀ ਤੋਂ ਵੀ ਆਵਾਜ਼ਾਰ ਹੈ, ਅਤੇ ਸਾਰਾ ਪਰਿਵਾਰ ਜਿਹੜਾ ਉਹ ਬਿਲਕਦਾ ਰੋਂਦਾ ਹੈਗਾ। ਜਦ ਇਹ ਗੱਲ ਸੰਤ ਗੁਲਾਬ ਸਿੰਘ ਨੇ ਬਾਬਾ ਨੰਦ ਸਿੰਘ ਨੂੰ ਕਹੀ ਤਾਂ ਬਾਬਾ ਨੰਦ ਸਿੰਘ ਕਹਿੰਦੇ ਭਾਈ ਅਸੀਂ ਤਾਂ ਉਹਨਾਂ ਨੂੰ ਕੁਛ ਨਹੀਂ ਕਿਹਾ। ਹਾਂ, ਅਗਰ ਭੁੱਚੋ ਵਾਲੇ ਮਹਾਂਪੁਰਖਾਂ ਨੇ ਉਹਨਾਂ ਨੂੰ ਕੁਛ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਵਚਨ ਬੋਲਿਆ ਹੈ ਤਾਂ ਤੁਸੀਂ ਆਪ ਜਾ ਕੇ ਹੈ ਨਾ ਉੱਥੇ ਪੁੱਚੇ ਚਲੇ ਜਾਓ ਅਤੇ ਪੁੱਚੋ ਸਭ ਜਾ ਕੇ ਵੱਡੇ ਮਹਾਂਪੁਰਖ ਸੰਤ ਹਰਨਾਮ ਸਿੰਘ ਉਹਨਾਂ ਦੇ ਚਰਨ ਫੜ ਲਓ, ਹੋ ਸਕਦਾ ਮਹਾਂਪੁਰਖ ਮਾफ़ ਕਰ ਦੇਣ। ਜਦ ਬਾਬਾ ਨੰਦ ਸਿੰਘ ਨੇ ਇਹ ਗੱਲ ਆਖੀ ਸੀ ਅਤੇ ਫਿਰ ਸੰਤ ਬਾਬਾ ਗੁਲਾਬ ਸਿੰਘ ਕਹਿਣ ਲੱਗੇ ਕਿ ਮਹਾਂਪੁਰਖੋ ਅਗਰ ਤੁਸੀਂ ਸਾਡੇ ਨਾਲ ਚੱਲੋਗੇ ਚੰਨਣ ਸਿੰਘ ਉਹਨਾਂ ਨੂੰ ਬਖਸ਼ਾਉਣ ਵਾਸਤੇ ਅਤੇ ਫਿਰ ਮੈਂ ਵੀ ਚਲਾ ਜਾਵਾਂਗਾ। ਪਰ ਬਾਬਾ ਨੰਦ ਸਿੰਘ ਕਹਿਣ ਲੱਗੇ ਸੰਤ ਗੁਲਾਬ ਸਿੰਘ ਉਹਨਾਂ ਨੂੰ ਕਿ ਭਾਈ ਤੇਰਾ ਤਾਂ ਅਸੀਂ ਕਿਹਾ ਕਦੀ ਮੋੜ ਨਹੀਂ ਸਕਦੇ, ਪਰ ਅਗਰ ਮੈਂ ਆਪ ਚਲਿਆ ਜਾਵਾਂ ਤਾਂ ਮੇਰੇ ਵਾਸਤੇ ਇੱਕ ਮੁਸ਼ਕਿਲ ਹੋਵੇ, ਕਿਉਂ ਮਹਾਂਪੁਰਖਾਂ ਦਾ ਜਿਹੜਾ ਵਚਨ ਹੈਗਾ ਜੋ ਨਿਕਲਿਆ ਹੈਗਾ ਉਹ ਬਖਸ਼ਾਉਣਾ ਜਿਹੜਾ ਹੈ ਨਾ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪਰ ਬਾਬਾ ਨੰਦ ਸਿੰਘ ਨੇ ਇਹ ਗੱਲ ਜਦ ਆਖੀ ਆ ਫਿਰ ਸੰਤ ਬਾਬਾ ਗੁਲਾਬ ਸਿੰਘ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਜੀਵਾਂ 'ਤੇ ਦਇਆ ਕਰਨੀ ਹੋਈ ਸੰਤ ਦਾ ਧਰਮ ਹੈਗਾ, ਇਸ ਕਰਕੇ ਮੇਰੀ ਤੁਹਾਡੇ ਅੱਗੇ ਹੋਈ ਬੇਨਤੀ ਹੈ ਕਿ ਤੁਸੀਂ ਨਾ ਸਾਡੇ ਨਾਲ ਤਿਆਰ ਹੋਵੋ। ਸੋ ਸੰਤ ਗੁਲਾਬ ਸਿੰਘ ਹੁਣਾਂ ਦੇ ਕਹੇ 'ਤੇ ਨਾ ਬਾਬਾ ਨੰਦ ਸਿੰਘ ਹੁਣੀ ਜਿਹੜੇ ਸੀਗੇ ਉਹ ਪੁੱਛੋ ਜਾਣ ਵਾਸਤੇ ਤਿਆਰ ਹੋ ਗਏ। ਪਰ ਨਾਲ ਹੀ ਸੰਤ ਬਾਬਾ ਨੰਦ ਸਿੰਘ ਹੁਣਾਂ ਨੇ ਚੰਨਣ ਸਿੰਘ ਦੇ ਪਰਿਵਾਰ ਨੂੰ ਇਹ ਗੱਲ ਕਹਿ ਦਿੱਤੀ ਕਿ ਅਸੀਂ ਪਹਿਲਾਂ ਮਹਾਂਪੁਰਖਾਂ ਪਾਸ ਪਹੁੰਚਦੇ ਹਾਂ, ਤੁਸੀਂ ਪੁੱਛੋ ਸਾਡੇ ਤੋਂ ਬਾਅਦ ਦੇ ਵਿੱਚ ਆਉਣਾ ਹੈਗਾ। ਸੋ ਇਸ ਕਰਕੇ ਨਾ ਬਾਬਾ ਨੰਦ ਸਿੰਘ ਹੁਣੀ ਸੰਤ ਗੁਲਾਬ ਸਿੰਘ ਹੁਣਾਂ ਨੇ ਪਹਿਲਾਂ ਪੁੱਛੋ ਸਾਹਿਬ ਜਿਹੜਾ ਸੀਗਾ ਪ੍ਰੋਗਰਾਮ ਬਣਾ ਕੇ ਇੱਕ ਦਿਨ ਪਹੁੰਚੇ। ਜਦ ਪਹੁੰਚੇ ਆ ਅਤੇ ਇੱਧਰੋਂ ਚੰਨਣ ਸਿੰਘ ਉਹਦੇ ਪਰਿਵਾਰ ਜਿਹੜੇ ਸੀ ਚੰਨਣ ਸਿੰਘ ਦਾ ਮੰਜਾ ਲੈ ਕੇ ਜਿਹੜੇ ਸੀਗੇ ਉਹ ਬਾਅਦ ਦੇ ਵਿੱਚ ਆਏ। ਜਦ ਆਏ ਅਤੇ ਇੱਥੇ ਆ ਕੇ ਬਾਬਾ ਨੰਦ ਸਿੰਘ ਹੁਣਾਂ ਨੇ ਪੁੱਛੋ ਵਾਲੇ ਵੱਡੇ ਮਹਾਂਪੁਰਖਾਂ ਨੂੰ ਜਦ ਮੱਥਾ ਟੇਕਿਆ, ਮੱਥਾ ਟੇਕਦੇ ਸਾਰੀ ਨਾ ਉਹਨਾਂ ਦੀ ਮੁੱਠੀ ਚਾਪੀ ਕਰਨੀ ਸ਼ੁਰੂ ਕਰਤੀ। ਮੁੱਠੀ ਚਾਪੀ ਸ਼ੁਰੂ ਕਰ ਦਿੱਤੀ ਅਤੇ ਬਾਬਾ ਹਰਨਾਮ ਸਿੰਘ ਹੀ ਕਹਿਣ ਲੱਗੇ ਕਹਿੰਦੇ ਨੰਦ ਸਿਆਂ ਐਤਕੀ ਬੜੀ ਛੇਤੀ ਚੱਕਰ ਮਾਰਿਆ, ਕੀ ਗੱਲ? ਅਤੇ ਸੰਤ ਬਾਬਾ ਨੰਦ ਸਿੰਘ ਹੀ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਕਿਰਪਾ ਕਰੋ ਵੀ ਤੁਸੀਂ ਉਹਨੂੰ ਨਾ ਬਖਸ਼ ਦਿਓ। ਜਦ ਇੰਨੀ ਗੱਲ ਹੋਈ ਅਤੇ ਸੰਤ ਹਰਨਾਮ ਸਿੰਘ ਹੀ ਕਹਿਣ ਲੱਗੇ ਕਹਿੰਦੇ ਕਿਹਨੂੰ ਬਖਸ਼ ਦਈਏ? ਅਤੇ ਬਾਬਾ ਜੀ ਕਹਿਣ ਲੱਗੇ ਜੀ ਉਹੀ ਜਿਨ੍ਹਾਂ ਨੇ ਹੈ ਨਾ ਤੁਹਾਡੀ ਕਾਰ ਰੋਕੀ ਸੀਗੀ ਨਹਿਰ 'ਤੇ। ਜਦ ਇੰਨੀ ਗੱਲ ਹੋਈ ਤਾਂ ਫਿਰ ਸੰਤ ਹਰਨਾਮ ਸਿੰਘ ਰੋਹ 'ਚ ਆ ਗਏ, ਕਹਿਣ ਲੱਗੇ ਤੁਸੀਂ ਉਹਦੀ ਗੱਲ ਕਰਦੇ ਆ, ਉਹਦਾ ਤਾਂ ਮੇਰੇ ਕੋਲ ਨਾਂ ਨਾ ਲਓ ਅਤੇ ਨਾ ਹੀ ਮੈਂ ਉਹਦੇ ਮੱਥੇ ਲੱਗਣਾ ਚਾਹੁੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਚੁੱਪ ਕਰ ਗਏ। ਪਰ ਉਸ ਟਾਈਮ ਫਿਰ ਸੰਤ ਬਾਬਾ ਗੁਲਾਬ ਸਿੰਘ ਹੀ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਕਿਰਪਾ ਕਰੋ ਅਤੇ ਫਿਰ ਸੰਤ ਹਰਨਾਮ ਸਿੰਘ ਜਿਹੜੇ ਮਹਾਂਪੁਰਖ ਸੀ ਉਹ ਕਹਿਣ ਲੱਗੇ ਕਹਿੰਦੇ ਗੁਲਾਬ ਸਿਆਂ ਸੰਤ ਦਾ ਜਿਹੜਾ ਵਚਨ ਹੁੰਦਾ ਹੈ ਨਾ ਉਹ ਵਚਨ ਹੀ ਹੁੰਦਾ ਹੈਗਾ, ਜੋ ਇੱਕ ਵਾਰੀ ਵਚਨ ਕਰ ਦਿੱਤੇ ਹੈ ਨਾ ਉਹ ਕਦੀ ਮੋੜ ਨਹੀਂ ਸਕਦਾ। ਇਹ ਸੰਤ ਦਾ ਵਚਨ ਹੈ, ਕੋਈ ਕਿਸੇ ਮੂਰਖ ਦੀ ਗੱਲਬਾਤ ਨਹੀਂ ਆ। ਜਦ ਇਹ ਗੱਲ ਹੋਈ ਤਾਂ ਫਿਰ ਜਿਹੜੇ ਸੀ ਬਾਬਾ ਨੰਦ ਸਿੰਘ ਹੁਣੀ ਅਤੇ ਸੰਤ ਗੁਲਾਬ ਸਿੰਘ ਹੁਣੀ ਜਿਹੜੇ ਸੀ ਉਹ ਚੁੱਪ ਕਰ ਗਏ। ਅਤੇ ਫਿਰ ਨਾਲ ਹੀ ਜਿਹੜੇ ਸੀ ਉਹ ਮਹਾਂਪੁਰਖਾਂ ਨੇ ਕਹਿ ਦਿੱਤਾ ਕਹਿੰਦੇ ਵੀ ਗੱਲ ਇੱਕ ਹੈਗੀ ਆ, ਨਾਲੇ ਤਾਂ ਇਹ ਜਿਹੜੀ ਬੇਅਦਬੀ ਕਰਨੀ ਆਪ ਅਤੇ ਨਾਲੇ ਆਪ ਜਾਣ ਬੁੱਝ ਕੇ ਬੇਅਦਬੀਆਂ ਕਰਨੀਆਂ, ਨਾਲੇ ਕਹਿੰਦੇ ਭੁੱਲਾਂ ਮੰਗਣੀਆਂ। ਇਹ ਕਹਿੰਦੇ ਇਹ ਕਦੇ ਚੀਜ਼ਾਂ ਜਿਹੜੀਆਂ ਹਨ ਇਹ ਇੱਕ ਥਾਂ ਨਹੀਂ ਪੈ ਸਕਦੀਆਂ। ਸੋ ਇਸ ਕਰਕੇ ਮਹਾਂਪੁਰਖਾਂ ਨੇ ਕਿਹਾ ਵੀ ਭਾਈ ਜੇ ਗੱਲ ਸਾਡੇ ਮੂੰਹੋਂ ਨਿਕਲ ਗਈ ਹੈ ਨਾ
ਉਹ ਤਾਂ ਹੁਣ ਵਾਪਸ नहीं हो सकदी। जद इन्नी गल हुई तो ये बचन सुन के तो फिर बाबा जी तो फिर चुप कर गए। पर उधरों फिर ਜਿਹੜੇ ਸੀਗੇ ਇਹ ਸੰਤ ਕਹਿਣ ਲੱਗੇ ਬਾਬਾ ਜੀ ਦੱਸੋ ਹੁਣ ਕੀ ਕਰੀਏ, ਕੀ ਹੋ ਸਕਦਾ। ਤੇ ਅਸੀਂ ਤਾਂ ਬੜੀ ਆਸ ਲੈ ਕੇ ਜਿਹੜੇ ਸੀ ਉਹ ਆਪ ਜੀ ਦੇ ਪਾਸ ਪਹੁੰਚੇ ਹਾਂ। ਜਦ ਬਾਬਾ ਨਾਨਕ ਸਿੰਘ ਹੁਣਾਂ ਨੇ ਤੇ ਸੰਤ ਗੁਲਾਬ ਸਿੰਘ ਨੇ ਸਾਂਝੇ ਤੌਰ ਤੇ ਭੁੱਚੋ ਵਾਲੇ ਮਹਾਂਪੁਰਖ ਅੱਗੇ ਬੇਨਤੀ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ ਠੀਕ ਹੈ, ਤੁਸੀਂ ਅਗਰ ਸਾਡੇ ਪਾਸ ਪਹੁੰਚੇ ਆ ਭਾਈ, ਬਚਨ ਤਾਂ ਉਹਨਾਂ ਦਾ ਵਾਪਸ ਨਹੀਂ ਹੋ ਸਕਦਾ, ਪਰ ਇੰਨਾ ਜ਼ਰੂਰ ਅਸੀਂ ਕਰ ਸਕਦੇ ਹਾਂ ਕਿ ਉਹਨਾਂ ਨੂੰ ਜਿਹੜਾ ਸੀਗਾ ਅਸੀਂ ਜੰਮਪੁਰ ਭੇਜ ਦਿੰਦੇ ਹਾਂ, ਪਰ ਉਹਨਾਂ ਦਾ ਨਰਕਾਂ 'ਚ ਵਾਸਾ ਨਹੀਂ ਹੋਊਗਾ। ਇਹ ਅਸੀਂ ਉਹਨਾਂ ਵਾਸਤੇ ਕਰ ਸਕਦੇ ਹਾਂ। ਜਿਹੜੇ ਜਮਦੂਤ ਆ ਉਹਨਾਂ ਨੂੰ ਨਰਕ ਦੀ ਸਜ਼ਾ ਜਿਹੜੀ ਉਹ ਨਹੀਂ ਦੇਣਗੇ, ਨਰਕਾਂ ਦੀ ਸਜ਼ਾ ਤੋਂ ਅਸੀਂ ਬਚਾ ਲੈਂਦੇ ਹਾਂ। ਬਸ ਜੋ ਸਾਡੇ ਵਿੱਚ ਅਖਤਿਆਰ ਹੈ ਅਸੀਂ ਉਨਾ ਹੀ ਕਰ ਸਕਦੇ। ਜਦ ਇੰਨੀ ਗੱਲ ਭੁੱਚੋ ਵਾਲੇ ਮਹਾਂਪੁਰਖਾਂ ਨੇ ਤਾੜੀ ਜਿਹੜੀ ਸੀ ਉਹ ਮਾਰ ਕੇ ਇਹ ਗੱਲ ਆਖੀ ਆ, ਤੇ ਬਸ ਉਸ ਟਾਈਮ ਕੀ ਹੋਇਆ ਕਿ ਘਰ ਦੇ ਪਰਿਵਾਰ ਦੇ ਜਿਹੜੇ ਚੰਨਣ ਸਿੰਘ ਦਾ ਮੰਜਾ ਲੈ ਕੇ ਭੁੱਚੋ ਸਾਹਿਬ ਬਾਹਰ ਬੈਠੇ ਸੀਗੇ, ਬਸ ਉੱਧਰੋਂ ਯਕਦਮ ਹੀ ਉਹਦੇ ਜਿਹੜੇ ਪ੍ਰਾਣ ਸੀਗੇ ਖੇਰੂ ਹੋ ਗਏ। ਜਦ ਖੇਰੂ ਹੋ ਗਏ ਤਾਂ ਬਾਹਰੋਂ ਜਿਹੜੇ ਸੀ ਉਹ ਘਰ ਦੇ ਪਰਿਵਾਰਾਂ ਨੇ ਸੁਨੇਹਾ ਦਿੱਤਾ ਵੀ ਚੰਨਣ ਸਿੰਘ ਜਿਹੜਾ ਸੀ ਆਪਣਾ ਸਰੀਰ ਛੱਡ ਗਿਆ। ਇੱਧਰ ਮਹਾਂਪੁਰਖਾਂ ਦਾ ਬਚਨ ਪੂਰਾ ਹੋਇਆ ਅਤੇ ਫਿਰ ਬਾਬਾ ਨਾਨਕ ਸਿੰਘ ਹੁਣੀ ਕਹਿਣ ਲੱਗੇ ਕਿ ਭਾਈ ਹੁਣ ਜੋ ਹੋਣਾ ਸੀਗਾ ਉਹ ਹੋ ਗਿਆ ਹੈ, ਅਤੇ ਬਸ ਜੋ ਮਹਾਂਪੁਰਖਾਂ ਦਾ ਬਚਨ ਹੈਗਾ ਉਹਨੂੰ ਕੋਈ ਮੋੜ ਨਹੀਂ ਸਕਦਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਨੇ ਉਸ ਚੰਨਣ ਸਿੰਘ ਦੇ ਪਰਿਵਾਰ ਨੂੰ ਇਹ ਗੱਲ ਕਹੀ ਆ ਕਿ ਇਹ ਜੋ ਮਹਾਂਪੁਰਖਾਂ ਦੇ ਬਚਨ ਹੁੰਦੇ ਆ ਸਾਧ ਬਚਨ ਅਟਲਾਦਾ ਹੁੰਦਾ, ਇਸ ਨੂੰ ਕੋਈ ਵਾਪਸ ਨਹੀਂ ਕਰ ਸਕਦਾ। ਸੋ ਜਦ ਇਹ ਜਿਹੜੇ ਸੀ ਉਹਨਾਂ ਦੇ ਘਰ ਨੂੰ ਸਾਰੀ ਗੱਲਬਾਤ ਕੀਤੀ ਅਤੇ ਘਰ ਦੇ ਕਹਿਣ ਲੱਗੇ ਚਲੋ ਜੋ ਹੋਣਾ ਸੀ ਹੋ ਗਿਆ, ਪਰ ਉਹਦੀ ਰੂਹ ਨੂੰ ਜਿਹੜੀ ਹੈ ਨਾ ਬਾਹਰ ਸ਼ਾਂਤੀ ਬਖਸ਼ੋ। ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਿ ਠੀਕ ਹੈ, ਵਾਹਿਗੁਰੂ ਭਲਾ ਕਰਨਗੇ। ਸਜਦ ਇਹ ਜਿਹੜੀ ਗੱਲਬਾਤ ਕਰਕੇ ਬਾਬਾ ਜੀ ਜਿਹੜੇ ਸੀਗੇ ਨਾਨਕ ਸਿੰਘ ਹੁਣੀ ਉਹ ਤਾਂ ਫਿਰ ਇੱਥੇ ਨਾਨਕਸਰ ਕਲੇਰੀ ਪਹੁੰਚ ਗਏ, ਅਤੇ ਸੰਤ ਗੁਲਾਬ ਸਿੰਘ ਹੁਣੀ ਜਿਹੜੇ ਸੀ ਉਹ ਆਪਣੇ ਸਥਾਨ ਜਿਹੜੇ ਸੀਗੇ ਜਿੱਥੇ ਉਹ ਰਹਿੰਦੇ ਸੀਗੇ ਨਿਵਾਸ ਕਰਦੇ ਸੀ ਉੱਥੇ ਚਲੇ ਗਏ। ਉਸ ਤੋਂ ਬਾਅਦ ਜਿਹੜਾ ਨਾ ਜਦ ਕੁਛ ਸਮਾਂ ਬੀਤਿਆ, ਇਸ ਚੰਨਣ ਸਿੰਘ ਦੀ ਇੱਕ ਕਾਰ ਸੀਗੀ ਇਹਨੇ ਜਿਹੜੀ ਖਰੀਦੀ ਸੀ ਉਹਨਾਂ ਟਾਈਮਾਂ ਦੇ ਵਿੱਚ। ਇਹ ਜਿਹੜੀ ਕਾਰ ਸੀ ਘਰਦਿਆਂ ਨੇ ਸੋਚਿਆ ਕਿ ਇਹ ਜਿਹੜੀ ਕਾਰ ਘਰ ਦੇ ਵਿੱਚ ਚੰਨਣ ਸਿੰਘ ਨੇ ਖਰੀਦੀ ਆ, ਜਦ ਉਹਨਾਂ ਨੇ ਹੈ ਨਾ ਚਲਾਈ ਆ ਕਾਰ, ਇਹ ਕਾਰ ਸਟਾਰਟ ਨਾ ਹੋਵੇ। ਕਾਰ ਸਟਾਰਟ ਨਹੀਂ ਸੀ ਹੁੰਦੀ, ਉਹਦੇ ਵਿੱਚ ਕੋਈ ਨਾ ਕੋਈ ਨੁਕਸ ਰਹਿੰਦਾ ਸੀਗਾ। ਜਿੱਥੇ ਵੀ ਜਿਹੜੀ ਸੀ ਕਾਰ ਨੂੰ ਲਿਜਾਂਦੇ ਸੀਗੇ ਅੱਧਾ ਕਿਲੋਮੀਟਰ ਜਾ ਕੇ ਨਾ ਕਾਰ ਖੜ੍ਹ ਜਾਂਦੀ ਸੀ। ਅਤੇ ਚੰਨਣ ਸਿੰਘ ਦੇ ਪਰਿਵਾਰ ਨੇ ਬਹੁਤ ਸਾਰੇ ਮਿਸਤਰੀ ਲਿਆ ਕੇ ਕਾਰ ਸਟਾਰਟ ਕਰਨ ਦਾ ਯਤਨ ਕੀਤਾ, ਪਰ ਕਾਰ ਸਟਾਰਟ ਨਾ ਹੋਵੇ। ਉਹਨਾਂ ਨੇ ਫਿਰ ਦੁਖੀ ਹੋ ਕੇ ਜਿਹੜੀ ਕਾਰ ਸੀਗੀ ਉਹ ਵੇਚ ਦਿੱਤੀ। ਜਦ ਕਾਰ ਵੇਚੀ ਆ, ਜਿਹੜਾ ਵੀ ਕੋਈ ਕਾਰ ਖਰੀਦਦਾ ਸੀ ਚੰਨਣ ਸਿੰਘ ਦਾ, ਉਹਦੇ ਘਰ ਦੇ ਵਿੱਚ ਕਾਰ ਜਿਹੜੀ ਸੀਗੀ ਉਹ ਆਪਣਾ ਹੀ ਕੰਮ ਕਰ ਦਿੰਦੀ ਸੀ। ਭਾਵ ਕੀ ਆ ਕਿ ਜਿਹੜਾ ਕੋਈ ਖਰੀਦਦਾ ਸੀਗਾ ਉੱਥੇ ਇਹ ਕਾਰ ਜਿਹੜੀ ਸੀ ਸਟਾਰਟ ਨਹੀਂ ਸੀ ਹੁੰਦੀ। ਜੇ ਹੋ ਜਾਂਦੀ ਸੀ ਤਾਂ ਉੱਥੇ ਹੁੰਦੀ ਸੀ 1.5 ਕਿਲੋਮੀਟਰ ਜਾ ਕੇ ਖ਼ਰਾਬ ਹੋ ਜਾਂਦੀ ਸੀ। ਬਾਕੀ ਇਹ ਗੱਲ ਸੀ ਕਿ ਜਿਹੜੇ ਸੱਜਣ ਇਹ ਕਾਰ ਖਰੀਦਦੇ ਸੀ ਉਹਨਾਂ ਦੇ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਸੀ। ਇਹ ਬਹੁਤ ਵੱਡੀ ਗੱਲ ਸੀ। ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀਅ ਮਰ ਜਾਂਦਾ ਸੀਗਾ। ਜਿਵੇਂ ਕਹਿ ਲਓ ਵੀ ਘਰ 'ਚ ਗਰੀਬੀ ਆ ਜਾਂਦੀ ਸੀ, ਥੋੜ੍ਹ ਆ ਜਾਂਦੀ ਸੀ, ਕਈ ਵਾਰ ਘਰ ਦੇ ਵਿੱਚ ਭੂਤ ਪ੍ਰੇਤਾਂ ਦੇ ਵੀ ਵਾਸੇ ਹੋ ਜਾਂਦੇ ਸੀਗੇ। ਇਹ ਕਾਰ ਦਾ ਜਿਹੜਾ ਲੋਹਾ ਸੀ ਨਾ ਕਿਸੇ ਨੂੰ ਸੈੱਟ ਨਾ ਬੈਠੇ। ਸੋ ਇਹ ਜਿਹੜੀ ਕਾਰ ਸੀ ਥੋੜ੍ਹੇ ਦਿਨਾਂ ਦੇ ਵਿੱਚ ਹੈ ਨਾ ਇਹ 5-6 ਆਦਮੀਆਂ ਦੇ ਪਾਸ ਜਿਹੜੀ ਸੀ ਇੱਕ ਦੂਜੇ ਕੋਲ ਪਹੁੰਚੀ ਆ। ਜਦ ਇਹ ਕਾਰ ਜਿਹੜੀ ਸੀ ਨਾ 5-6 ਆਦਮੀਆਂ ਦੇ ਪਾਸ ਪਹੁੰਚੀ ਆ, ਉਸ ਟਾਈਮ ਜਿਹੜੀ ਸੀ ਇਹ ਕਾਰ ਦਾ ਜਿਹੜਾ ਕਿ ਕੋਈ ਖਰੀਦਣ ਵਾਲਾ ਨਾ ਬਣੇ। ਪਰ ਉਸ ਟਾਈਮ ਇਸ ਕਾਰ ਨੂੰ ਜਿਹੜਾ ਨਾ ਬਿਲਕੁਲ ਬਹੁਤ ਘੱਟ ਰੇਟ ਦੇ ਉੱਤੇ ਵੇਚਣ ਵਾਸਤੇ ਜਿਹੜੇ ਆਦਮੀ ਸੀਗੇ ਉਹ ਤਿਆਰ ਹੋਏ ਆ। ਜਦ ਜਿਹੜੇ ਘੱਟ ਰੇਟ ਵੇਚਣ ਵਾਸਤੇ ਨਾ ਜਿਹੜੇ ਸੀ ਤਿਆਰ ਹੋ ਗਏ ਸੱਜਣ, ਅਤੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਇੱਥੇ ਹੀ ਇਲਾਕੇ ਦੇ 2 ਸੱਜਣ ਸੀਗੇ। ਇਹ ਜਿਹੜੇ ਹਨ 2 ਸੱਜਣ ਇਸ ਇਲਾਕੇ ਦੇ ਸੀਗੇ, ਅਤੇ ਇੱਕ ਦਾ ਨਾਂ ਸੀ ਪੰਡਿਤ ਸ਼੍ਰੀ ਰਾਮ ਅਤੇ ਦੂਜੇ ਦਾ ਨਾਂ ਸੀ ਚੰਨਣ ਸਿੰਘ। ਇਹ ਜਿਹੜੇ ਸੱਜਣ ਪੰਡਿਤ ਰਾਮ ਅਤੇ ਚੰਨਣ ਸਿੰਘ, ਇਹਨਾਂ ਨੇ ਇਹ ਕਾਰ ਜਿਹੜੀ ਸੀ ਇਸ ਸਸਤੇ ਰੇਟ 'ਚ ਖਰੀਦ ਲਈ। ਇਹਨਾਂ ਨੂੰ ਕਾਰ ਬਾਰੇ ਸਾਰਾ ਕੁਝ ਪਤਾ ਸੀ ਕਿ ਇਹ ਸਰਾਪੀ ਹੋਈ ਚੰਨਣ ਸਿੰਘ ਦੀ ਕਾਰ ਹੈ, ਜਿੱਥੇ ਵੀ ਜਾਂਦੀ ਹੈ ਸਟਾਰਟ ਨਹੀਂ ਹੁੰਦੀ, ਨੁਕਸਾਨ ਬੜਾ ਕਰਦੀ ਆ। ਪਰ ਇਹਨਾਂ ਨੂੰ ਮਾਣ ਸੀਗਾ ਕਿ ਬਾਬਾ ਨਾਨਕ ਸਿੰਘ ਹੁਣੀ ਸਾਡੇ ਇਲਾਕੇ ਦੇ ਮਹਾਂਪੁਰਖ ਹੈਗੇ ਆ, ਅਤੇ ਅਸੀਂ ਇੱਥੇ ਇਹਨਾਂ ਦੇ ਡੇਰੇ 'ਚ ਸੇਵਾ ਕਰਦੇ ਹਾਂ, ਅਤੇ ਬਾਬਾ ਨਾਨਕ ਸਿੰਘ ਹੁਣੀ ਜਿਹੜੇ ਹੈ ਉਹ ਸਾਡਾ ਇੰਨਾ ਵੀ ਕੰਮ ਨਹੀਂ ਕਰਨ ਦੇਣਗੇ ਤਾਂ ਫਿਰ ਉਹ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈਗੇ ਉਹ ਕਿਵੇਂ ਰਹਿਣਗੇ, ਕਿਉਂਕਿ ਅਸੀਂ ਉਹਨਾਂ ਦੇ ਜ਼ਿਆਦਾ ਕਰੀਬੀ ਹੈਗੇ ਆ। ਇਹ ਸਰਾਪੀ ਹੋਈ ਜਿਹੜੀ ਕਾਰ ਹੈਗੀ ਸਸਤੇ ਰੇਟ 'ਚ ਲੈ ਕੇ ਅਸੀਂ ਭੁੱਲ ਬਖਸ਼ਾ ਕੇ ਇਹ ਕਾਰ ਸਟਾਰਟ ਕਰ ਲੈਣੀ ਆ। ਜਦ ਇਸ ਤਰ੍ਹਾਂ ਦੀ ਹੈ ਨਾ ਵਿਉਂਤ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਦੋਨਾਂ ਨੇ ਕੀਤੀ ਆ, ਪੰਡਿਤ ਸ਼੍ਰੀ ਰਾਮ ਅਤੇ ਚੰਨਣ ਸਿੰਘ ਨੇ। ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਆ ਕਿ ਬਾਬਾ ਜੀ ਨੂੰ ਕਿਵੇਂ ਖੁਸ਼ ਕਰੀਏ। ਇਹਨਾਂ ਨੇ ਕੀ ਕੀਤਾ ਹੈ ਨਾ 2 ਟੋਕਰੇ ਤਰਬੂਜਾਂ ਦੇ ਲੈ ਕੇ ਹੈ ਨਾ ਬਾਬਾ ਜੀ ਦੇ ਪਾਸ ਨਾਨਕਸਰ ਪਹੁੰਚੇ। ਜਦ ਪਹੁੰਚੇ ਤਾਂ ਬਾਬਾ ਜੀ ਬੈਠੇ ਸੀ। ਇਹਨਾਂ ਨੇ ਆ ਕੇ ਹੈ ਨਾ ਖਰਬੂਜੇ ਜਿਹੜੇ ਦੇ 2 ਟੋਕਰੇ ਰੱਖ ਕੇ ਬਾਬਾ ਜੀ ਨੂੰ ਮੱਥਾ ਟੇਕਿਆ।
ਮੱਥਾ ਟੇਕਿਆ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਪੰਡਤ ਜੀ ਵੀ ਤੁਸੀਂ ਇਸ ਟਾਈਮ ਕਿਵੇਂ ਆਉਣੇ ਹੋਏ? ਤੇ ਫਿਰ ਉਹ ਕਹਿਣ ਲੱਗੇ, ਕਹਿੰਦੇ ਵੀ ਮਹਾਂਪੁਰਖੋ ਸਾਡੇ ਮਨ 'ਚ ਆਇਆ ਵੀ ਚਲੋ ਜਾ ਕੇ ਨਾ ਸੰਗਤ ਦੇ ਇਹ ਜਿਹੜੇ ਖਰਬੂਜੇ ਇਹਨਾਂ ਦੀ ਸੇਵਾ ਕਰੀਏ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇੰਨੇ ਜਿਹੜੇ ਖਰਬੂਜੇ ਤਰਬੂਜ ਆ ਇਹ ਕਹਿੰਦੇ ਕੀ ਕਰਨੇ ਸੀਗੇ, ਤੁਸੀਂ ਜਾ ਕੇ ਮੰਡੀ ਵੇਚ ਦਿੰਦੇ, 4 ਪੈਸੇ ਖੱਟਦੇ। ਪਰ ਇਹ ਗੱਲ ਹੋਈ ਤੇ ਫਿਰ ਉਹ ਜਿਹੜੇ ਸੀ ਦੋਨੇ ਚੁੱਪ ਕਰ ਗਏ। ਉਹ ਕਹਿਣ ਲੱਗੇ ਸਾਡੇ ਮਨ ਦੀ ਇੱਛਾ ਹੈਗੀ ਆ ਵੀ ਮੰਡੀ ਕੀ ਵੇਚਣੇ। ਤੇ ਬਾਬਾ ਜੀ ਦੇ ਕੋਲ ਜਾਂਦੇ ਆ ਤੇ ਬਾਬਾ ਜੀ ਦੀ ਜਿਹੜੀ ਸੰਗਤ ਹੈਗੀ ਆ ਉਹਨਾਂ ਦੀ ਸੇਵਾ ਨਾ ਕਰ ਦਿੰਦੇ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਤੁਹਾਨੂੰ ਪਤਾ ਹੀ ਮਹਾਂਪੁਰਖਾਂ ਦੀ ਨਜ਼ਰ, ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਜਿਹੜਾ ਕੋਈ ਵੀ ਵਿਅਕਤੀ ਆ ਉਹ ਕਿਵੇਂ ਜਿਹੜਾ ਹੈਗਾ ਉਹ ਕਿਸ ਇੱਛਾ ਦੇ ਨਾਲ ਇੱਥੇ ਆਉਂਦਾ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਫਿਰ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਗੱਲ ਇੱਕ ਸੁਣ ਲਓ, ਚਲਾਕੀਆਂ ਨਾ ਮਾਰੋ, ਸਿੱਧੀ ਗੁਰਮੁਖ ਵਾਲੀ ਗੱਲ ਕਰਿਓ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਪੰਡਤ ਜਿਹੜਾ ਸੀਗਾ ਉਹ ਮਹਾਂਪੁਰਖਾਂ ਨੂੰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਇੱਕ ਕਾਰ ਲਈ ਆ ਅਸੀਂ, ਉਹ ਜਿਹੜੀ ਕਾਰ ਉਹ ਚੱਲਦੀ ਨਹੀਂ ਆ, ਬਸ ਆਪ ਕਿਰਪਾ ਕਰੋ ਕਾਰ ਚੱਲ ਪਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਸੀ ਉਹ ਬੜੇ ਰੋਬ 'ਚ ਆ ਗਏ। ਰੋਬ 'ਚ ਆ ਕੇ ਕਹਿਣ ਲੱਗੇ, ਕਹਿੰਦੇ ਇਹ ਜਿਹੜੇ 2 ਟੋਕਰੇ ਖਰਬੂਜਿਆਂ ਦੇ ਇਹਦੇ ਬੱਟੇ ਤੁਸੀਂ ਕਹਿੰਦੇ ਕਾਰ ਚਲਾਉਣੀ ਚਾਹੁੰਦੇ ਆ। ਕਹਿੰਦੇ ਆਪਣੀਆਂ ਪਹਿਲਾਂ ਕਰਤੂਤਾਂ ਵੱਲ ਤਾਂ ਦੇਖੋ ਕਿ ਤੁਸੀਂ ਕਰਦੇ ਕੀ ਆ ਅਤੇ ਸਾਨੂੰ ਦਿਖਾਉਂਦੇ ਕੀ ਆ। ਜਦ ਬਾਬਾ ਜੀ ਨੇ ਇਹ ਗੱਲ ਕਹੀ, ਇਹ ਫਿਰ ਜਿਹੜੇ ਦੋਨੇ ਜਾਣੇ ਸੀਗੇ ਚੁੱਪ ਕਰ ਗਏ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਲਾਲਚ ਪਿੱਛੇ ਲੱਗ ਕੇ ਹੈ ਨਾ ਜੋ ਵੀ ਕੰਮ ਕਰਨ ਵਾਲਾ ਨਹੀਂ ਹੁੰਦਾ, ਕਹਿੰਦੇ ਤੁਸੀਂ ਦੋਨੇ ਜਾਣੇ ਉਹ ਵੀ ਕਰਦੇ ਆ। ਪਰ ਕਹਿੰਦੇ ਇੱਕ ਗੱਲ ਯਾਦ ਰੱਖਿਓ, ਰੱਬ ਦੇ ਨਾਲ ਜਿਹੜੀ ਹੇਰਾ ਫੇਰੀ ਕਰਨੀ ਹੈ ਨਾ ਇਹ ਕਿਸੇ ਵੀ ਪਾਸੇ ਬੰਦੇ ਨੂੰ ਪੂਰੀ ਨਹੀਂ ਪੈਣ ਦਿੰਦੀ। ਜਦ ਇਹ ਗੱਲ ਬਾਬਾ ਜੀ ਨੇ ਬੜੇ ਕੜਕ ਕੇ ਹੈ ਨਾ ਦੋਨਾਂ ਨੂੰ ਕਹੀ, ਇਹ ਦੋਨੇ ਜਿਹੜੇ ਸੀ ਨੀਵੀਆਂ ਪਾ ਕੇ ਹੈ ਨਾ ਬਾਬਾ ਨੰਦ ਸਿੰਘ ਉਹਨਾਂ ਦੇ ਮੂਹਰੇ ਖੜ੍ਹ ਗਏ। ਇਹਨਾਂ ਨੂੰ ਆਪਣੇ ਜਿਹੜੇ ਕੀਤੇ ਜੀਵਨ ਦੇ ਮੰਦ ਕਰਮ ਸੀ ਹੈ ਨਾ ਫਿਲਮ ਬਣ ਕੇ ਇਹਨਾਂ ਦੇ ਅੱਗੇ ਆ ਗਏ। ਜਦ ਇੰਨੀ ਗੱਲ ਕੀਤੀ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਅਸੀਂ ਤੁਹਾਡੇ ਵਾਸਤੇ ਕੁਛ ਨਹੀਂ ਕਰ ਸਕਦੇ, ਤੁਸੀਂ ਜੋ ਆਪਣਾ ਕੀਤਾ ਆਪ ਪਾਵੋ। ਅਤੇ ਆਹ ਜਿਹੜੇ ਖਰਬੂਜੇ ਹਨ ਜਿਹੜੇ ਤੁਸੀਂ ਸਾਡੇ ਵਾਸਤੇ 2 ਟੋਕਰੇ ਲਿਆਂਦੇ ਇਹਨੂੰ ਵੀ ਵਾਪਸ ਲੈ ਜਾਓ ਆਪਣੇ ਘਰਾਂ ਵਾਸਤੇ, ਸਾਨੂੰ ਇਹਦੀ ਕੋਈ ਲੋੜ ਨਹੀਂ। ਜਦ ਬਾਬਾ ਜੀ ਨੇ ਇਸ ਤਰ੍ਹਾਂ ਦੇ ਥੋੜ੍ਹੇ ਹੈ ਨਾ ਕੜਕਵੇਂ ਬਚਨ ਕੀਤੇ ਇਹਨਾਂ ਦੇ ਪਾਸ, ਜਦੋਂ ਬਚਨ ਕੀਤੇ ਆ ਇਹ ਦੋਵੇਂ ਚੁੱਪ ਹੋ ਗਏ। ਪਰ ਆਲੇ ਦੁਆਲੇ ਜਿਹੜੀ ਸੰਗਤ ਸੀਗੀ ਉਹ ਇਕੱਠੀ ਹੋ ਕੇ ਇਹ ਸਾਰੀਆਂ ਜੋ ਮਹਾਂਪੁਰਖਾਂ ਦੇ ਬਚਨ ਸੀ ਸੁਣਨ ਲੱਗ ਪਈ। ਪਰ ਕਈਆਂ ਦੇ ਮਨ 'ਚ ਆਇਆ ਵੀ ਇਹ ਜਿਹੜੇ 2 ਜਾਣੇ ਆ ਬੜੀ ਦੂਰੋਂ ਆਏ ਆ ਅਤੇ ਬੜੀ ਸ਼ਰਧਾ ਨਾਲ ਅਤੇ ਪਰ ਬਾਬਾ ਜੀ ਨੇ ਬੜੇ ਕਰੜੇ ਬਚਨ ਬੋਲ ਦਿੱਤੇ ਬਾਬਾ ਨਾਮ ਸਿੰਘ ਹੋਣਾ ਨੂੰ। ਕਰੜੇ ਬਚਨ ਸੁਣ ਕੇ ਅਤੇ ਇਹ ਵਿਚਾਰੇ ਦੂਰੋਂ ਆਏ ਆ, ਇਹਨਾਂ ਦੀ ਸ਼ਰਧਾ ਨੂੰ ਤਾਂ ਸੱਟ ਲੱਗਦੀ ਹੈ ਅਤੇ ਸੁਣਨ ਵਾਲਿਆਂ ਨੂੰ ਵੀ ਲੱਗਦੀ ਆ। ਜਦ ਕੋਈ ਸੰਗਤ ਦੇ ਮਨ 'ਚ ਇਸ ਤਰ੍ਹਾਂ ਦੀ ਵਿਚਾਰਾਂ ਆਈਆਂ ਅਤੇ ਬਾਬਾ ਜੀ ਨੇ ਹੈ ਨਾ ਸੰਗਤ ਦੇ ਮਨ ਦਾ ਰਾਜ ਖੋਲ੍ਹਣ ਵਾਸਤੇ ਦੋਨਾਂ ਨੂੰ ਫਿਰ ਦੁਬਾਰਾ ਇਹ ਪੁੱਛਿਆ, ਕਹਿੰਦੇ ਅੱਛਾ ਕਹਿੰਦੇ ਇਹ ਦੱਸੋ ਇਹ ਕਾਰ ਕਿੱਥੇ ਲਿਆਂਦੀ ਆ। ਜਦ ਇੰਨੀ ਗੱਲ ਹੋਈ ਤਾਂ ਇਹ ਦੋਨਾਂ ਨੇ ਖੋਲ੍ਹ ਦਿੱਤੀ ਵੀ ਇਹ ਜਿਹੜੀ ਕਾਰ ਹੈਗੀ ਆ ਅਸੀਂ ਜਿਹੜੀ ਹੈ ਉਹ ਕਿਸੇ ਸੱਜਣ ਪਾਸਿਓਂ ਲਈ ਆ ਅਤੇ ਇਹ ਕਾਰ ਖਰਾਬ ਰਹਿੰਦੀ ਆ। ਬਾਬਾ ਜੀ ਕਹਿੰਦੇ ਸਾਰੀ ਗੱਲ ਖੋਲ੍ਹ ਕੇ ਦੱਸੋ, ਚਲਾਕੀਆਂ ਨਾ ਕਰੋ। ਜਦ ਇੰਨੀ ਗੱਲ ਹੋਈ ਤਾਂ ਫਿਰ ਸਿੱਧੇ ਕਹਿਣ ਲੱਗੇ, ਕਹਿੰਦੇ ਬਾਬਾ ਜੀ ਇਹ ਕਾਰ ਜਿਹੜੀ ਹੈ ਨਾ ਇਹ ਸਰਦਾਰ ਚੰਨਣ ਸਿੰਘ ਦੀ ਜਿਨ੍ਹਾਂ ਨੇ ਤੁਹਾਨੂੰ ਸਰਾਫ ਦਿੱਤਾ ਸੀਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਤਾਂ ਕੁਛ ਨਹੀਂ ਕਿਹਾ ਸੀਗਾ, ਅਗਰ ਤੁਸੀਂ ਸਰਾਫ ਦੀ ਗੱਲ ਕਰਦੇ ਹੋ ਤਾਂ ਤੁਸੀਂ ਫਿਰ ਪੁੱਛੋ ਸਾਹਿਬ ਜਾਓ ਵੱਡੇ ਮਹਾਂਪੁਰਖਾਂ ਦੇ ਕੋਲ, ਉਹੀ ਹੀ ਇਹਨੂੰ ਬਖਸ਼ ਸਕਦੇ, ਦੂਸਰਾ ਕਹਿੰਦੇ ਕੌਣ ਬਖਸ਼ ਸਕਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਦੋਨੇ ਚੁੱਪ ਕਰ ਗਏ। ਉਹ ਕਹਿਣ ਲੱਗੇ ਬਾਬਾ ਜੀ ਅਗਰ ਤੁਸੀਂ ਕਿਰਪਾ ਕਰਦੇ ਹੋ ਅਤੇ ਜਿਹੜੀ ਹੈ ਕਾਰ ਬਖਸ਼ੀ ਜਾ ਸਕਦੀ ਆ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ ਜਦ ਚੰਨਣ ਸਿੰਘ ਬਿਮਾਰ ਸੀਗਾ ਉਹਨੂੰ ਸਰਾਫ ਸੀਗਾ, ਅਸੀਂ ਸੰਤ ਗੁਲਾਬ ਸਿੰਘ ਉਹਨਾਂ ਦੇ ਕਹਿਣ ਦੇ ਉੱਤੇ ਭੁੱਚੋਵਾਲ ਸਾਹਿਬ ਗਏ ਸੀ। ਜਦ ਭੁੱਚੋਵਾਲ ਗਏ ਸੀ ਪਰ ਬਾਬਾ ਜੀ ਨੇ ਜਿਹੜਾ ਸੀਗਾ ਉਸ ਟਾਈਮ ਇਹ ਕਹਿ ਕੇ ਸਾਨੂੰ ਵਾਪਸ ਕਰ ਦਿੱਤਾ ਸੀਗਾ ਕਿ ਜੋ ਬਚਨ ਨਿਕਲਿਆ ਗਿਆ ਹਨ ਉਹ ਹੁਣ ਵਾਪਸ ਨਹੀਂ ਹੋ ਸਕਦਾ। ਸੋ ਜਿੱਥੇ ਚੰਨਣ ਸਿੰਘ ਹੈ, ਜਿੱਥੇ ਚੰਨਣ ਸਿੰਘ ਦੇ ਨਾਲ ਸੰਬੰਧਿਤ ਜਿੰਨਾ ਵੀ ਸਮਾਨ ਹਨ ਉਹ ਵੀ ਨਾਲ ਹੀ ਸਾਰਾ ਸਰਾਫ ਹੈਗਾ। ਇਹ ਗੱਲ ਤੁਹਾਨੂੰ ਵੀ ਪਤਾ ਹੈਗਾ, ਪਰ ਤੁਹਾਡੇ ਮਨ 'ਚ ਇਹ ਸੀਗਾ ਵੀ ਅਸੀਂ ਜਾ ਕੇ ਜਿਹੜੀ ਕਾਰ ਬਿਲਕੁਲ ਸਸਤੇ ਰੇਟ 'ਚ ਲੈ ਕੇ ਇੱਥੋਂ ਬਖਸ਼ਾਲ ਲੈਣੀ ਤਾਂ ਅਸੀਂ ਠੀਕ ਕਰ ਦੇਣੀ ਹੈ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਗੁਰੂ ਘਰ 'ਚ ਆ ਕੇ ਚਲਾਕੀਆਂ ਨਹੀਂ ਮਾਰੀ ਦੀਆਂ, ਬਾਕੀ ਮਹਾਂਪੁਰਖਾਂ ਦਾ ਬਚਨ ਕੋਈ ਮੋੜ ਨਹੀਂ ਸਕਦਾ, ਇਸ ਕਰਕੇ ਅਸੀਂ ਤੁਹਾਡੇ ਵਾਸਤੇ ਕੋਈ ਵੀ ਮਦਦ ਜਿਹੜੀ ਉਹ ਨਹੀਂ ਕਰ ਸਕਦੇ। ਜਦ ਬਾਬਾ ਜੀ ਨੇ ਇਹ ਜਿਹੜਾ ਜਵਾਬ ਸੀਗਾ ਦੋਨਾਂ ਨੂੰ ਦੇ ਦਿੱਤਾ, ਇਹ ਕਹਿ ਕੇ ਜਿਹੜੇ ਬਾਬਾ ਜੀ ਤਾਂ ਆਪ ਆਪਣੀ ਕੁਟੀਆ 'ਚ ਆ ਗਏ ਅਤੇ ਇਹ ਜਿਹੜੇ ਦੋਨੇ ਪੰਡਤ ਰਾਮ ਅਤੇ ਇਹ ਜਿਹੜੇ ਸੀਗੇ ਦੋਨੇ ਜਾਣੇ ਕਾਰ ਵਾਲੇ ਖਰੀਦਣ ਵਾਲੇ, ਇਹ ਦੋਨੇ ਜਿਹੜੇ ਖਾਲੀ ਆਪਣੇ ਘਰ ਵਾਪਸ ਮੁੜੇ। ਜਦ ਵਾਪਸ ਮੁੜੇ ਇਹਨਾਂ ਨੇ ਆ ਕੇ ਨਾ ਥੋੜ੍ਹੀ ਆਪਣੀ ਸਿਆਣਪ ਵਰਤੀ, ਕੁਛ ਮਿਸਤਰੀ ਲਿਆਂਦੇ ਅਤੇ ਇਸ ਕਾਰ ਨੂੰ ਠੀਕ ਕਰਾਉਣ ਦੇ ਯਤਨ ਕੀਤੇ। ਪਰ ਜਿੰਨੇ ਵੀ ਮਿਸਤਰੀ ਆਏ ਸਾਰਿਆਂ ਨੇ ਜਵਾਬ ਦਿੱਤਾ ਵੀ ਇਹ ਕਾਰ ਠੀਕ ਨਹੀਂ ਹੋ ਸਕਦੀ। ਪਰ ਇਸ ਕਾਰ ਦੀ ਜਿਹੜੀ ਸਰਾਫੀ ਹੋਈ ਦੀ ਉਸ ਟਾਈਮ ਗੱਲਬਾਤ ਸੀਗੀ ਦੂਰ ਦੂਰ ਪਿੰਡਾਂ ਤੱਕ ਫੈਲ ਗਈ ਵੀ ਜਿਹੜੀ ਚੰਨਣ ਸਿੰਘ ਦੀ ਕਾਰ ਹੈ ਸਰਾਫੀ ਹੋਈ ਹੈ, ਜਿਹੜਾ ਕੋਈ ਇਹਨੂੰ ਖਰੀਦੂਗਾ ਉਹਦਾ ਆਪਣਾ ਨੁਕਸਾਨ ਜਿਹੜਾ ਹੋ ਜਾਏਗਾ, ਉਹਦਾ ਧੀ ਪੁੱਤ ਦੀ ਵੀ ਮੌਤ ਹੋ ਸਕਦੀ ਆ, ਘਰ ਦੇ ਵਿੱਚ ਜਿਹੜੀ ਹੈ ਉਹ ਹਰੇਕ ਤਰ੍ਹਾਂ ਦੇ ਨੁਕਸਾਨ ਪੱਧਰ ਬਿਮਾਰੀਆਂ ਜਿਹੜੀਆਂ ਅਤੇ ਭੂਤ ਪ੍ਰੇਤਾਂ ਦੇ ਵਾਸੇ ਹੋ ਜਾਂਦੇ ਆ।
ਜਦ ਇਹ ਸਰਾਪੀ ਹੋਈ ਕਾਰ ਜਿਹੜੀ ਸੀ ਦੂਰ ਪਿੰਡਾਂ ਤੱਕ ਜਿਹੜੀ ਸੀ ਇਹਦੀ ਖਬਰ ਲੱਗ ਗਈ ਆ, ਅਤੇ ਇਸ ਕਾਰ ਨੂੰ ਦੇਖਣ ਵਾਸਤੇ ਜਿਹੜੇ ਸੀਗੇ ਬਹੁਤ ਸਾਰੇ ਜਿਹੜੇ ਸੱਜਣ ਆਉਂਦੇ ਸੀਗੇ, ਪਰ ਦੂਰੋਂ ਇਹਨੂੰ ਦੇਖ ਕੇ ਡਰਦੇ ਮਾਰੇ ਚਲੇ ਜਾਂਦੇ ਸੀਗੇ। ਫਿਰ ਉਸ ਟਾਈਮ ਇਹ ਜਿਹੜੀ ਖਰੀਦੀ ਹੋਈ ਕਾਰ ਸੀ ਉਹਨਾਂ ਘਰਦਿਆਂ ਨੇ ਦੇਖੀ ਵੀ ਕਿਸ ਤਰ੍ਹਾਂ ਠੀਕ ਨਹੀਂ ਹੋਈ। ਉਹਨੇ ਜਦ ਯਤਨ ਲਾ ਕੇ ਦੇਖ ਲਿਆ ਵੀ ਇਹਦੇ ਨਾਲ ਘਰ ਦਾ ਕੋਈ ਨੁਕਸਾਨ ਨਾ ਹੋ ਜਾਵੇ, ਕਿਉਂ ਬਾਬਾ ਨੰਦ ਸਿੰਘ ਨੇ ਵਚਨ ਕੀਤਾ ਸੀਗਾ ਕਿ ਭਾਈ ਹਜੇ ਤਾਂ ਤੁਸੀਂ ਕਾਰ ਖਰੀਦੀ ਆ, ਪਰ ਅਗਰ ਤੁਸੀਂ ਇਹ ਕਾਰ ਚਲਾਈ ਆ, ਜਿਵੇਂ ਬਾਕੀ ਖਰੀਦਦਾਰਾਂ ਦੇ ਨੁਕਸਾਨ ਹੋਇਆ ਇੱਦਾਂ ਤੁਹਾਡਾ ਵੀ ਕੁਛ ਨਹੀਂ ਬਚਣਾ ਹੈਗਾ। ਪਰ ਉਹਨਾਂ ਨੂੰ ਬਾਬਾ ਨੰਦ ਸਿੰਘ ਦੇ ਜਿਹੜੇ ਵਚਨ ਯਾਦ ਆਏ, ਉਹਨਾਂ ਨੇ ਕੀ ਕੀਤਾ ਕਿ ਜਿਹੜੇ 2 ਬਲਦ ਜੋੜ ਕੇ ਇਹ ਕਾਰ ਜਿਹੜੀ ਸੀ ਬਲਦਾਂ ਦੀ ਪਜਾਲੀ ਦੇ ਨਾਲ ਬੰਨ੍ਹ ਕੇ ਦੂਰ ਜਿਹੜੇ ਸੀ ਦੂਰ ਦਰਾਡੇ ਕਿਤੇ ਜਾ ਕੇ ਸੜਕ 'ਤੇ ਖੜੀ ਕਰ ਦਿੱਤੀ। ਜਦ ਖੜੀ ਕਰ ਦਿੱਤੀ ਤਾਂ ਉਹਨਾਂ ਨੇ ਫਿਰ ਇਸ ਕਾਰ ਤੋਂ ਆਪਣਾ ਖਹਿੜਾ ਛਡਾਇਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਦੇ ਨਾਲ ਕੀਤੀ ਜਿਹੜੀ ਵਧੀਕੀ ਹੈਗੀ ਆ ਜਾਂ ਬੋਲ ਕਬੋਲ ਹੁੰਦਾ ਹਨ, ਉਹਦਾ ਜਦੋਂ ਫਲ ਇਨਸਾਨ ਨੂੰ ਭੁਗਤਣਾ ਪੈਂਦਾ, ਅਸਲ ਦੇ ਵਿੱਚ ਸੋਝੀ ਉਹਨੂੰ ਤਦ ਹੀ ਆਉਂਦੀ ਆ। ਨਹੀਂ ਤਾਂ ਆਮ ਇਨਸਾਨ ਜਿਹੜੇ ਹੈ ਉਹ ਆਪਣੇ ਦਬਦਬੇ ਵਿੱਚ ਸਰਕਾਰੀ ਅਹੁਦੇ ਦੀ ਰੋਹਬ ਦੇ ਵਿੱਚ ਆ ਕੇ ਜਦੋਂ ਸਤਿਪੁਰਖ ਮਹਾਂਪੁਰਖਾਂ ਦਾ ਵੀ ਜਿਹੜਾ ਨਿਰਾਦਰ ਕਰਦੇ ਆ, ਬੋਲ ਕਬੋਲ ਬੋਲਦੇ ਆ, ਆਪਣੇ ਆਪ ਨੂੰ ਉੱਚਾ ਗਣਾਉਂਦੇ ਆ, ਸਮਝਦੇ ਆ, ਅਖੀਰ ਫਿਰ ਉਹਨਾਂ ਦਾ ਜਦ ਸਮਾਂ ਆਉਂਦਾ ਹੈ ਨਾ, ਇਹ ਬੋਲ ਕਬੋਲ ਜਿਹੜੇ ਬੋਲੇ ਹੋਏ ਆ ਜਦ ਉਹਨਾਂ ਨੂੰ ਵਾਪਸ ਇਹਨਾਂ ਦਾ ਫਲ ਭੁਗਤਣਾ ਪੈਂਦਾ ਹੈ, ਜਿਵੇਂ ਸਰਦਾਰ ਚੰਨਣ ਸਿੰਘ ਉਹਨਾਂ ਨੂੰ ਭੁਗਤਣਾ ਪਿਆ, ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਧ ਦੀ ਜਿਹੜੀ ਨਿੰਦਾ ਹੁੰਦੀ ਹੈ ਨਾ ਇਹ ਕੀ ਹੁੰਦੀ ਆ। ਫਿਰ ਉੱਥੇ ਉਹਨਾਂ ਸੁਖਮਨੀ ਸਾਹਿਬ ਦੇ ਬਚਨ ਆਉਂਦੇ ਆ ਕਿ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ। ਸੋ ਇੰਨੇ ਹੀ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।